ਵਾਹਿਗੁਰੂ 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 ਵਾਹਿਗੁਰੂ। ਰਣਦੀਪ ਸਿੰਘ ਸਾਡੇ ਨਾਲ ਨੇ, ਲਾਈਫ ਕੋਚ ਨੇ, ਜਿਹੜੇ ਜ਼ਿੰਦਗੀ ਜਿਉਣ ਦੇ ਤਰੀਕੇ ਦੱਸਦੇ ਤਾਂ ਗੱਲਬਾਤ ਕਰਾਂਗੇ ਵੀ ਕੰਸੈਪਟ ਕਿੱਥੋਂ ਇਹਨਾਂ ਦੇ ਜ਼ਿਹਨ ਦੇ ਵਿੱਚ ਆਇਆ ਤੇ ਹੁਣ ਤੱਕ ਕਿਹੜੇ ਮੁੱਦੇ ਉੱਤੇ ਇਹ ਜਿਹੜੇ ਕਾਉਂਸਲਿੰਗ ਕਰਦੇ ਨੇ। ਕਿਉਂਕਿ ਇਹ ਤਾਂ 16-17 ਸਾਲ ਪਹਿਲਾਂ ਜਦੋਂ ਮੈਂ ਪ੍ਰੋਫੈਸ਼ਨ 'ਚ ਐਂਟਰ ਹੋਇਆ ਸੀਗਾ ਤੇ ਕਈ ਲੋਕਾਂ ਦੀਆਂ ਜ਼ਿੰਦਗੀ ਮੈਂ ਬਹੁਤ ਬਰੀਕੀ ਤੋਂ ਨੇੜਿਓਂ ਦੇਖੀਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਇਹ ਸੀ ਹਰ ਕੋਈ ਇਹ ਕਹਿੰਦਾ ਹੁੰਦਾ ਸੀ ਮੈਨੂੰ ਘਬਰਾਹਟ ਹੁੰਦੀ ਹੈ, ਮੈਨੂੰ ਟੈਨਸ਼ਨ ਹੋਈ, ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਵੇਂ ਬਿਹੇਵ ਕਰਾਂ। ਲਾਈਫ ਕੋਚ ਦਾ ਮੇਨ ਮਤਲਬ ਇਹ ਹੈ ਵੀ ਦੁਨੀਆ ਲੋਕਾਂ ਨੂੰ ਜ਼ਿੰਦਗੀ ਜੀਣੀ ਸਿਖਾਉਣੀ ਹੈ ਜੀ। ਜਿਵੇਂ ਕ੍ਰਿਕਟ ਦੇ ਕੋਚ ਆ, ਉਹ ਬੈਟਿੰਗ ਬੋਲਿੰਗ ਕਰਨੀ ਸਿਖਾਉਂਦਾ ਜੀ। ਸੋ ਲਾਈਫ ਕੋਚ ਦਾ ਕਨਸੈਪਟ ਮੇਰੇ ਨਾਲ ਜੁੜਿਆ, ਇਹ ਅਸਲ 'ਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰਕੇ ਮੈਂ ਅੱਜ ਲਾਈਫ ਕੋਚ ਬਣ ਗਿਆ ਜੀ। ਇਹ ਡਿਪਰੈਸ਼ਨ ਇੱਕ ਬਿਮਾਰੀ ਹੈ ਤੇ ਇਹਨੂੰ ਮਨ ਦਾ ਰੋਗ ਕਹਿੰਦੇ ਆ, ਮਨ ਰੋਗੀ ਆਪਾਂ ਜਿਹਨੂੰ ਕਹਿੰਦੇ ਆ ਜੀ। ਤੇ ਜਿਹੜੀ ਮਨ ਦੀ ਫਿਰ ਗੱਲ ਕਿੱਥੋਂ ਆਈ, ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰੀਆਂ ਵੀ ਮਨ ਨੂੰ ਕਿਵੇਂ ਕੰਟਰੋਲ ਕਰਨਾ, ਕੀ ਹਿਸਾਬ ਕਿਤਾਬ ਆ, ਨਹੀਂ ਕੁਝ ਪੱਲੇ ਪਿਆ। ਸਾਰਾ ਮਨ ਦੀ ਅਸਥਿਰਤਾ ਜੀ। ਹੁਣ ਮਨ ਨੂੰ ਕਾਬੂ ਕਿਵੇਂ ਕਰਨਾ ਹੈ, ਇਹਦੇ ਵਿੱਚ ਕੱਲੇ ਕੱਲੇ ਚੀਜ਼ ਨੂੰ ਦਰਸਾਇਆ ਗਿਆ, ਸਮਝਾਇਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਮਨ ਤੂੰ ਜੋਤ ਸਰੂਪ ਹੈ। ਗੱਲ ਕੀਤੀ ਆਪਾਂ, ਚਲੋ ਕਿਸੇ ਖਾਸ ਵਿਸ਼ੇਸ਼ ਦਾ ਨਾਮ ਨਹੀਂ ਲਵਾਂਗੇ, ਅੱਜ ਕੱਲ੍ਹ ਲੋਕ ਬਾਬਾ ਤੁਰੇ ਹੋਏ ਆ। ਤੁਸੀਂ ਮਨ ਦੀ ਗੱਲ ਕੀਤੀ ਵੀ ਅਸੀਂ ਮਨ ਨੂੰ ਸਮਝਾ ਲਈਏ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ, ਪਰ ਲੋਕਾਂ ਦਾ ਧਾਰਮਿਕ ਪੱਖ ਵੱਲ ਭਾਵੇਂ ਉਹ ਸਿੱਖਜ਼ਮ ਦੀ ਗੱਲ ਕਰ ਲਈਏ, ਹਿੰਦੂਜ਼ਮ ਦੀ ਗੱਲ ਕਰ ਲਈਏ, ਉਹਨਾਂ ਤੋਂ ਹਟ ਕੇ ਵੀ ਇੱਕ ਬਾਬੇ ਤੁਰੇ ਫਿਰਦੇ ਆ, ਉਹਨਾਂ ਮਗਰ ਜਨਤਾ ਤੁਰੀ ਹੋਈ ਆ ਕਿ ਉਹਨਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਨਹੀਂ, ਆਪਣੇ ਉਹ ਦੇਵੀ ਦੇਵਤੇ ਦੇ ਵਿਸ਼ਵਾਸ ਨਹੀਂ, ਜਾਂ ਜੇ ਮੁਸਲਿਮ ਭਾਈਚਾਰਾ ਨੂੰ ਆਪਣੇ ਉਸ ਅੱਲਾ ਦੇ ਵਿਸ਼ਵਾਸ ਨਹੀਂ ਹੈ ਕਿ ਪਖੰਡੀ ਬਾਬੇ ਮਗਰ ਤੁਰੇ ਫਿਰਦੇ। 90% ਦੁਨੀਆ ਪਖੰਡਵਾਦ 'ਚ ਵਿਸ਼ਵਾਸ ਰੱਖਦੀ ਹੈ ਜੀ। ਹੁਣ ਜਿਹਨੇ ਤਾਂ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਹੋਊਗੀ ਸਮਝੀ ਹੋਊਗੀ, ਉਹਨੂੰ ਤਾਂ ਪਤਾ ਹੈ ਜ਼ਿੰਦਗੀ ਜੀਣ ਦਾ ਤਰੀਕਾ ਜੀ। ਕਿਉਂਕਿ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਜਿਹਨੇ ਸੁਣਿਆ ਹੀ ਨਹੀਂ ਉਹਨੂੰ ਪਤਾ ਕਿਵੇਂ ਲੱਗੂ ਬ੍ਰਹਮ ਗਿਆਨੀ ਕੌਣ ਹੈ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਗ, ਜੈਸੇ ਸੂਰ ਸਰਬ ਕੋ ਸੋਗ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ। ਹੁਣ ਜਿਹਨੇ ਬ੍ਰਹਮ ਗਿਆਨੀ ਦੀ ਅਸ਼ਟਪਦੀ ਸੁਣੀ ਹੋਊਗੀ ਉਹਨੇ ਬ੍ਰਹਮ ਗਿਆਨੀ ਬਣ ਜਾਣਾ। ਮੈਡੀਟੇਸ਼ਨ ਦੀ ਗੱਲ ਕਰਾਂਗੇ। ਅੱਜ ਕੱਲ੍ਹ ਮੈਡੀਟੇਸ਼ਨ ਦਾ ਜ਼ਮਾਨਾ ਬਹੁਤ ਜ਼ਿਆਦਾ ਵਾ, ਲੋਕ ਸੈਂਟਰ 'ਤੇ ਜਾ ਕੇ ਮੈਡੀਟੇਸ਼ਨ ਕਰਦੇ ਆ, ਪਰ ਧਿਆਨ ਭਟਕ ਜਾਂਦਾ। ਕਿਸੇ ਵੇਲੇ ਤਾਂ ਵੀ ਬਿਰਤੀ ਲੱਗ ਜਾਂਦੀ ਆ ਪਰਮਾਤਮਾ ਨਾਲ, ਕਿਸੇ ਵੇਲੇ ਲੋਕ ਕਹਿੰਦੇ ਯਾਰ ਨਹੀਂ ਯਾਰ ਹੁਣ ਕਾਫੀ ਟਾਈਮ ਹੋ ਗਿਆ ਮੈਡੀਟੇਸ਼ਨ ਕਰਦੇ ਨੂੰ, ਪੂਜਾ ਪਾਠ ਕਰਦੇ ਨੂੰ, ਪਾਠ ਕਰਦੇ ਨੂੰ, ਪਰ ਗੱਲ ਨਹੀਂ ਬਣਦੀ। ਉਹਦਾ ਕਾਰਨ ਕੀ ਹੈਗਾ ਪਿੱਛੇ? ਜਿਹੜੀ ਮੈਡੀਟੇਸ਼ਨ ਦੀ ਹੁਣ ਗੱਲ ਸੁਣਿਓ ਬਹੁਤ ਧਿਆਨ ਨਾਲ, ਸਾਡੀ ਅੱਖਾਂ ਨੇ ਇੱਕ ਖਿੱਚੀ ਜਾਂਦੀ ਸਾਰਾ ਕੁਛ, ਉਹਨੇ ਵੈਕਿਊਮ ਕਲੀਨਰ ਦਾ ਕੰਮ ਕਰਦੀਆਂ। ਕੰਨਾਂ ਨੇ ਜੋ ਸੁਣ ਲਿਆ ਉਹ ਵੀ ਅੰਦਰ ਚਲੇ ਗਿਆ, ਅੱਖਾਂ ਨੇ ਜੋ ਦੇਖ ਲਿਆ ਉਹ ਵੀ ਅੰਦਰ ਆ ਗਿਆ। ਜਦੋਂ ਇਹ ਵੈਕਿਊਮ ਕਲੀਨਰ ਨੇ ਇੰਨਾ ਕੂੜਾ ਸਮਾਜ ਦਾ ਇਕੱਠਾ ਅੰਦਰ ਕਰ ਲਿਆ, ਤੁਸੀਂ ਕਹਿੰਦੇ ਫਿਰ ਮੈਂ ਧਿਆਨ ਲਾਉਣਾ ਹੈ। ਜਦੋਂ ਤੁਸੀਂ ਧਿਆਨ 'ਚ ਬੈਠੋਗੇ, ਅੱਖਾਂ ਬੰਦ ਕਰ ਲਿਆ, ਤੁਹਾਨੂੰ ਸਾਰਾ ਕੁਝ ਦਿਖਣ ਲੱਗ ਜਾਣਾ, ਉਹ ਵੀ ਸੁਣਨ ਲੱਗ ਜਾਣਾ ਜੋ ਕੁਝ ਹੋਇਆ ਅੱਜ ਤੱਕ, ਜੋ ਫਿਰ ਕਹਿੰਦੇ ਧਿਆਨ ਲੱਗਦਾ ਨਹੀਂ। ਧਾਰਮਿਕ ਪੱਖ ਦੀ ਗੱਲ ਕੀਤੀ ਜਾਵੇ ਤਾਂ ਬੜੀਆਂ ਬਹਿਸਾਂ ਛਿੜੀਆਂ ਹੋਈਆਂ ਨੇ, ਵੱਖ-ਵੱਖ ਮੁੱਦਿਆਂ ਉੱਤੇ ਛਿੜ ਜਾਂਦੀਆਂ ਨੇ। ਉਹ ਬੰਦਾ ਕਹਿੰਦਾ ਯਾਰ ਨਹੀਂ ਮੇਰੇ ਵਾਲਾ ਠੀਕ ਆ, ਉਹ ਕਹਿੰਦਾ ਨਹੀਂ ਯਾਰ ਮੇਰੇ ਵਾਲਾ ਠੀਕ ਆ। ਉਹਦਾ ਕਾਰਨ ਹੀ ਹੈ ਕਿਉਂ ਲੋਕ ਠੀਕ ਆ, ਜਿਹੜਾ ਬੰਦਾ ਜਿਸ ਧਰਮ ਨੂੰ ਮੰਨਦਾ ਤੁਹਾਡਾ ਠੀਕ ਹੈ, ਤੁਸੀਂ ਆਪਣੇ ਆਪ ਨੂੰ ਮੰਨੋ। ਇਹ ਧਰਮ ਕਦੇ ਵੱਡਾ ਛੋਟਾ ਹੋ ਨਹੀਂ ਸਕਦਾ ਤੇ ਨਾ ਕਦੇ ਧਰਮ ਨੂੰ ਠੇਸ ਪਹੁੰਚ ਸਕਦੀ ਹੈ, ਅਸੀਂ ਐਡੇ ਜੋਗੇ ਹੈ ਹੀ ਨਹੀਂ। ਤੇ ਉਹ ਕਾਰਨ ਕੀ ਆ, ਕਿਉਂ ਇਹ ਚੀਜ਼ਾਂ ਨਿਕਲਦੀਆਂ, ਕਿ ਪੋਲੀਟੀਕਲ ਸਟੰਟ ਹੈਗੇ ਨੇ ਜਾਂ ਕੀ ਕਾਰਨ? ਗੁਰੂ ਅਰਜਨ ਦੇਵ ਜੀ ਨੂੰ ਪੁੱਛੋ ਮਹਾਰਾਜ ਧਰਮ ਕਿਹਦਾ ਸਭ ਤੋਂ ਵਧੀਆ, ਉਹ ਦੱਸੋ। ਉਹ ਦੱਸਦੇ ਨੇ, ਉਹ ਸੁਖਮਣੀ ਸਾਹਿਬ ਦੱਸਦੇ, ਉਹ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜਿਹੜਾ ਬੰਦੇ ਨੇ ਰੱਬ ਦਾ ਨਾਮ ਜਪ ਲਿਆ ਤੇ ਚੰਗੇ ਕੰਮ ਕਰ ਲਏ, ਉਹਦਾ ਧਰਮ ਸ੍ਰੇਸ਼ਟ ਹੈ। ਰਾਜਧਾਨੀ ਟੀਵੀ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਤੁਸੀਂ ਸੁਣਿਆ ਹੋਵੇਗਾ ਸਪੋਰਟਸ ਦੇ ਵਿੱਚ ਬੈਡਮਿੰਟਨ ਕੋਚ ਹੁੰਦੇ ਨੇ, ਕ੍ਰਿਕਟ ਕੋਚ ਹੁੰਦੇ ਨੇ, ਫੁੱਟਬਾਲ ਕੋਚ ਹੁੰਦੇ ਨੇ, ਕਬੱਡੀ ਕੋਚ ਹੁੰਦੇ ਨੇ, ਜਿਮ ਦੇ ਵਿੱਚ ਚੱਲੀਏ ਤਾਂ ਉੱਥੇ ਜਿਮ ਦੇ ਕੋਚ ਹੁੰਦੇ ਨੇ। ਪਰ ਅੱਜ ਤੁਹਾਨੂੰ ਅਸੀਂ ਅਜਿਹੇ ਕੋਚ ਨਾਲ ਮਿਲਾਉਣ ਜਾ ਰਹੇ ਜਿਹੜੇ ਸਾਨੂੰ ਜ਼ਿੰਦਗੀ ਜਿਉਣ ਦਾ ਤਰੀਕਾ ਜਿੱਥੇ ਦੱਸਣਗੇ, ਉੱਥੇ ਵੱਖ-ਵੱਖ ਤਰੀਕੇ ਨੇ ਇੱਥੇ ਸਾਡੀ
ਰੋਜ਼ਮਰਰਾ ਦੀ ਜ਼ਿੰਦਗੀ ਘਿਰੀ ਹੋਈ ਆ ਉਹ ਚੋਂ ਨਿਕਲਣ ਦਾ ਰਸਤਾ ਵੀ ਤੁਹਾਨੂੰ ਇਹ ਦੱਸਣਗੇ, ਜਿਨ੍ਹਾਂ ਨੂੰ ਅਸੀਂ ਲਾਈਫ ਕੋਚ ਕਹਿੰਦੇ ਆ। ਰਣਦੀਪ ਸਿੰਘ ਸਾਡੇ ਨਾਲ ਨੇ, ਲਾਈਫ ਕੋਚ ਨੇ, ਜਿਹੜੇ ਜ਼ਿੰਦਗੀ ਜਿਉਣ ਦੇ ਤਰੀਕੇ ਦੱਸਦੇ ਨੇ। ਤਾਂ ਗੱਲਬਾਤ ਕਰਾਂਗੇ ਵੀ ਕਨਸੈਪਟ ਕਿੱਥੋਂ ਇਹਨਾਂ ਦੇ ਜ਼ਿਹਨ ਦੇ ਵਿੱਚ ਆਇਆ ਤੇ ਹੁਣ ਤੱਕ ਕਿਹੜੇ ਮੁੱਦੇ ਉੱਤੇ ਇਹ ਜਿਹੜੇ ਕਾਉਂਸਲਿੰਗ ਕਰਦੇ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਣਦੀਪ ਜੀ, ਸਵਾਲ ਇਹੀ ਹੈ, ਲਾਈਫ ਕੋਚ ਤੁਸੀਂ ਨਾਮ ਦਿੱਤਾ ਹੋਇਆ ਆਪਣੇ ਆਪ ਨੂੰ, ਇਹ ਕਿਵੇਂ ਸ਼ੁਰੂਆਤ ਹੋਈ ਲਾਈਫ ਕੋਚ ਦੀ? ਦੇਖੋ ਜੀ, ਲਾਈਫ ਕੋਚ ਦਾ ਮੇਨ ਮਤਲਬ ਇਹ ਹੈ ਵੀ ਦੁਨੀਆ ਲੋਕਾਂ ਨੂੰ ਜ਼ਿੰਦਗੀ ਜੀਣੀ ਸਿਖਾਉਣੀ ਹੈ ਜੀ। ਜਿਵੇਂ ਕ੍ਰਿਕਟ ਦੇ ਕੋਚ ਆ ਉਹ ਬੈਟਿੰਗ ਬੋਲਿੰਗ ਕਰਨੀ ਸਿਖਾਉਂਦਾ ਜੀ। ਸੋ ਲਾਈਫ ਕੋਚ ਦਾ ਕਨਸੈਪਟ ਮੇਰੇ ਨਾਲ ਜੁੜਿਆ। ਇਹ ਅਸਲ 'ਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰਕੇ ਮੈਂ ਅੱਜ ਲਾਈਫ ਕੋਚ ਬਣ ਗਿਆ, ਕਿਉਂਕਿ ਅੱਜ ਤੋਂ 16-17 ਸਾਲ ਪਹਿਲਾਂ ਜਦੋਂ ਮੈਂ ਪ੍ਰੋਫੈਸ਼ਨ 'ਚ ਐਂਟਰ ਹੋਇਆ ਸੀਗਾ ਤੇ ਕਈ ਲੋਕਾਂ ਦੀਆਂ ਜ਼ਿੰਦਗੀ ਮੈਂ ਬਹੁਤ ਬਰੀਕੀ ਤੋਂ ਨੇੜਿਓਂ ਦੇਖੀਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਇਹ ਸੀ ਹਰ ਕੋਈ ਇਹ ਕਹਿੰਦਾ ਹੁੰਦਾ ਸੀ ਯਾਰ ਮੈਨੂੰ ਘਬਰਾਹਟ ਹੁੰਦੀ ਹੈ, ਮੈਨੂੰ ਟੈਨਸ਼ਨ ਹੋ ਜਾਂਦੀ, ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਵੇਂ ਬਿਹੇਵ ਕਰਾਂ। ਫਿਰ ਡਿਪਰੈਸ਼ਨ ਦੀਆਂ ਦਵਾਈਆਂ ਬਾਰੇ ਲੋਕਾਂ ਤੋਂ ਸੁਣਿਆ ਵੀ ਬਹੁਤ ਖਾਂਦੇ, ਕਿਉਂਕਿ ਮੈਂ ਇੰਗਲੈਂਡ ਰਿਹਾ, ਇੰਗਲੈਂਡ ਹੀ ਪੜ੍ਹਿਆ ਜ਼ਿਆਦਾ। ਸੇ ਉੱਥੋਂ ਲੋਕਾਂ ਦੇ ਜਦੋਂ ਮੈਂ ਹਾਲਾਤ ਜ਼ਿਆਦਾ ਦੇਖੇ ਵੀ ਇਹ ਤਾਂ ਘਰ ਦੇ ਵਿੱਚ ਇੱਕੋ ਤਰ੍ਹਾਂ ਦਾ ਬਿਹੇਵੀਅਰ ਹੈ ਸਾਰਿਆਂ ਦਾ, ਹਰ ਕੋਈ ਬਹੁਤ ਚੁੱਪੇ ਰਹਿੰਦਾ ਜਾਂ ਲੜੀ ਹੋ ਜਾਂਦੇ ਆ, ਵੀ ਸਮਝ ਤੋਂ ਬਾਹਰ ਹੈ ਸਿਸਟਮ ਇਹ। ਫਿਰ ਹੌਲੀ ਹੌਲੀ ਜਦੋਂ ਇਹਦੀ ਰਿਸਰਚ ਕਰਨੀ ਸ਼ੁਰੂ ਕਰੀ, ਪਤਾ ਲੱਗਿਆ ਵੀ ਇਹ ਡਿਪਰੈਸ਼ਨ ਇੱਕ ਬਿਮਾਰੀ ਹੈ ਤੇ ਇਹਨੂੰ ਮਨ ਦਾ ਰੋਗ ਕਹਿੰਦੇ ਆ, ਮਨ ਰੋਗੀ ਆਪਾਂ ਜਿਹਨੂੰ ਕਹਿੰਦੇ ਆ। ਤੇ ਜਿਹੜੀ ਮਨ ਦੀ ਫਿਰ ਗੱਲ ਕਿੱਥੋਂ ਆਈ, ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰੀਆਂ ਵੀ ਮਨ ਨੂੰ ਕਿਵੇਂ ਕੰਟਰੋਲ ਕਰਨਾ, ਕੀ ਹਿਸਾਬ ਕਿਤਾਬ ਆ, ਨਹੀਂ ਕੁਝ ਪੱਲੇ ਪਿਆ। ਫਿਰ ਉਹ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨੀ ਸ਼ੁਰੂ ਕਰੀ, ਪਹਿਲੇ ਅੰਗ ਤੋਂ ਲੈ ਕੇ 1430 ਅੰਗ ਤੱਕ। ਫਿਰ ਜੋ ਉਹਦੇ ਵਿੱਚੋਂ ਨਿਚੋੜ ਨਿਕਲਿਆ, ਜਿੰਨੀ ਗੱਲ ਸਮਝ ਆਈ ਵੀ ਇਹ ਪਤਾ ਲੱਗਿਆ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਇਹ ਫਿਲਾਸਫੀ ਅਸਲ ਦੇ ਵਿੱਚ ਇਹ ਇੱਕ ਰਿਸਰਚ ਕਰੀ ਗਈ ਹੈ ਗੁਰੂ ਸਾਹਿਬ ਵੱਲੋਂ, ਵੀ ਜਿਹੜੀ ਕਿ ਮਨ ਦੇ ਉੱਤੇ ਰਿਸਰਚ ਕਰੀ ਹੋਈ ਹੈ। ਹਰ ਸਾਇੰਟਿਸਟ ਕੋਈ ਨਾ ਕੋਈ ਰਿਸਰਚ ਕਰਦਾ ਤੇ ਉਹਨੂੰ ਇਨਵੈਂਟ ਕਰਦਾ ਆਪਣੇ ਪ੍ਰੋਡਕਟ ਨੂੰ, ਪਰ ਗੁਰੂ ਨਾਨਕ ਸਾਹਿਬ ਇੱਕ ਐਸੇ ਸਾਇੰਟਿਸਟ ਨੇ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਇੱਕ ਐਸੇ ਬਾਣੀ ਨੂੰ, ਫਿਲਾਸਫੀ ਨੂੰ ਲੈ ਕੇ ਆਂਦਾ ਜਿਹੜੀ ਕਿ ਮਨ ਦੇ ਉੱਤੇ ਰਿਸਰਚ ਕਰੀ ਹੋਈ ਦੱਸੀ ਗਈ ਹੈ। ਭਾਵੇਂ ਤੁਸੀਂ ਅਮੀਰ ਹੋ, ਭਾਵੇਂ ਗਰੀਬ ਹੋ, ਭਾਵੇਂ ਅਨਪੜ੍ਹ ਹੋ, ਭਾਵੇਂ ਬਹੁਤ ਪੜ੍ਹੇ ਲਿਖੇ ਹੋ, ਪਰ ਜਿਹੜਾ ਮੇਨ ਰੂਟ ਕਾਜ਼ ਹੈਗਾ ਤੁਹਾਡੀਆਂ ਬਿਮਾਰੀਆਂ ਦਾ, ਤੁਹਾਡੇ ਮਨ ਨੂੰ ਹਿਲਾਣ ਦੇਣ ਦਾ, ਉਹ ਹੈਗਾ ਸਾਰਾ ਮਨ ਦੀ ਅਸਥਿਰਤਾ। ਹੁਣ ਮਨ ਨੂੰ ਕਾਬੂ ਕਿਵੇਂ ਕਰਨਾ ਹੈ, ਇਹਦੇ ਵਿੱਚ ਕੱਲੇ ਚੀਜ਼ ਨੂੰ ਦਰਸਾਇਆ ਗਿਆ, ਸਮਝਾਇਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣੋ। ਡਿਪਰੈਸ਼ਨ ਵਾਲਾ ਕੋਈ ਪੇਸ਼ੈਂਟ ਜਦੋਂ ਆ ਜਾਂਦਾ ਹੈ, ਉਹ ਹਮੇਸ਼ਾ ਹੀ ਡਰੀ ਜਾਂਦਾ ਵੀ ਮੈਂ ਬਾਹਰ ਨਿਕਲੂੰਗਾ, ਮੇਰੇ ਨਾਲ ਆ ਨਾ ਹੋ ਜਾਵੇ, ਮੈਂ ਆਹ ਡਿਸੀਜਨ ਲੈ ਪਾਵਾਂ ਕਿ ਆ ਨਾ ਲੈ ਪਾਵਾਂ। ਸੋ ਹਰ ਵਕਤ ਉਹ ਨੈਗੇਟਿਵ ਸੋਚਦਾ ਹੈ, ਕਿਉਂਕਿ ਉਹਦਾ ਸੋਚਣ ਦਾ ਦਾਇਰਾ ਬਹੁਤ ਛੋਟਾ ਹੋ ਜਾਂਦਾ ਹੈ। ਫਿਰ ਉਹ ਕਈ ਵਾਰੀ ਕੀ ਹੁੰਦਾ, ਆਪਣੇ ਅੰਦਰ ਇੰਨੀਆਂ ਗੱਲਾਂ ਦੱਬ ਕੇ ਰੱਖ ਲੈਂਦਾ ਹੈ ਵੀ ਜਿਹਦੇ ਕਰਕੇ ਨੈਗੇਟਿਵਿਟੀ ਅੰਦਰ ਇੰਨੀ ਬਣਨੀ ਸ਼ੁਰੂ ਹੋ ਜਾਂਦੀ ਹੈ ਵੀ ਉਹ ਬਿਮਾਰ ਵੀ ਰਹਿਣ ਲੱਗ ਜਾਂਦਾ ਹੈ। ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪੂਰਾ ਇੱਕ ਅੰਗ ਤੋਂ 30 ਅੰਗ ਤੱਕ ਪੜ੍ਹਿਆ, ਕਿੰਨਾ ਸਮਾਂ ਤੁਹਾਨੂੰ ਲੱਗਿਆ ਪੜ੍ਹਨ ਦੇ ਵਿੱਚ ਜੀ? ਦੇਖੋ, ਮੈਂ ਜਿਵੇਂ ਆਪਾਂ ਰਿਸਰਚ ਟਾਈਪ ਕਰੀਏ ਤੇ ਮੈਂ ਤਾਂ ਹੌਲੀ ਪੜ੍ਹਦਾ ਸੀ ਤੇ ਮੈਨੂੰ 2.5 ਸਾਲ ਲੱਗ ਗਏ ਬਾਣੀ ਪੜ੍ਹਦੇ ਨੂੰ, ਪੜ੍ਹ ਕੇ ਸਮਝਦੇ ਨੂੰ। ਜਿੰਨਾ ਕੁ ਗਿਆਨ ਇਕੱਠਾ ਹੋਇਆ ਤੇ ਉਹਦੇ ਨਾਲ ਹੌਲੀ ਲੋਕਾਂ ਦੇ ਉੱਤੇ ਫਿਰ ਮੈਂ ਇੰਪਲੀਮੈਂਟ ਕਰਨਾ ਸ਼ੁਰੂ ਕਰਤਾ ਆਪਣੇ ਪੇਸ਼ੈਂਟਸ ਦੇ ਉੱਤੇ, ਪਰ ਜਿਹਦੇ ਬਹੁਤ ਵਧੀਆ ਰਿਜ਼ਲਟ ਆਏ। ਦੁਨੀਆ ਨੂੰ ਇਹ ਪਤਾ ਲੱਗਣ ਲੱਗ ਗਿਆ ਵੀ ਮਨ ਹੀ ਸਭ ਤੋਂ ਵੱਡੀ ਸ਼ਕਤੀ ਹੈ, ਜਿਹਨੂੰ ਜੇ ਕੰਟਰੋਲ ਕਰਨਾ ਸਿੱਖ ਗਏ, ਇਹਨੂੰ ਆਪਣੇ ਕਹਿੰਦੇ ਨਹੀਂ ਜਿਸ ਜਿਉ ਮੰਦਰ ਕੋ ਥਾਮੈ ਥੰਮਨ। ਗੁਰੂ ਗ੍ਰੰਥ ਸਾਹਿਬ ਜੀ ਦੀ ਸੁਖਮਨੀ ਸਾਹਿਬ ਦੀ ਬਾਣੀ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਜਿਵੇਂ ਮੰਦਰ ਨੂੰ 4 ਪਿੱਲਰ ਸੰਭਾਲ ਕੇ ਰੱਖਦੇ ਆ ਤੇ ਉਹ ਗੁਰ ਕਾ ਸ਼ਬਦ ਮੰਨਿਆ ਸਥੰਮਨ, ਉਵੇਂ ਗੁਰੂ ਦਾ ਜਿਹੜਾ ਸ਼ਬਦ ਹੈ, ਜਿਹੜਾ ਗਿਆਨ ਹੈ, ਉਹ ਮਨ ਨੂੰ ਐਨ ਬੰਨ ਕੇ ਰੱਖਦਾ, ਇੱਧਰ ਉੱਧਰ ਖਿੰਡਣ ਨਹੀਂ ਦਿੰਦਾ ਹੈਗਾ। ਸੋ ਗੁਰੂ ਦੀ ਫਿਲਾਸਫੀ ਇਜ਼ ਵਨ ਆਫ ਦੀ ਫਾਈਨੈਸਟ ਐਂਡ ਦਾ ਬੈਸਟ ਰਿਸੋਰਸ ਹੈ ਆਪਣੇ ਮਨ ਨੂੰ ਕੰਟਰੋਲ ਕਰਨਾ ਤੇ ਡਿਪਰੈਸ਼ਨ ਵਰਗੇ ਕੋੜ ਚੋਂ ਬਾਹਰ ਆਉਣਾ। ਰਣਦੀਪ ਜੀ, ਤੁਸੀਂ ਕੋਚਿੰਗ ਦਿੰਦੇ ਹੋ, ਲਾਈਫ ਕੋਚਿੰਗ, ਹੁਣ ਤੱਕ ਕਿੰਨੇ ਕੁ ਲੋਕ ਤੁਹਾਡੇ ਤੋਂ ਇਸ ਤੇ ਕਾਉਂਸਲਿੰਗ ਕਿੰਨੇ ਕੁ ਲੋਕਾਂ ਤੁਸੀਂ ਕਰ ਚੁੱਕੇ ਹੁਣ ਤੱਕ? ਦੇਖੋ ਜੀ, ਹੁਣ ਮੈਨੂੰ 17 ਸਾਲ ਹੋ ਗਏ ਇਸ ਪ੍ਰੋਫੈਸ਼ਨ ਦੇ ਵਿੱਚ। ਹੁਣ ਇਹਦੀ ਕੋਈ ਗਿਣਤੀ ਤਾਂ ਕੋਈ ਹੈ ਨਹੀਂ, ਪਰ ਆਪਾਂ ਕਹਿੰਦੇ ਵੀ ਲੱਖਾਂ ਦੇ ਵਿੱਚ ਹੀ ਤਾਦਾਦ ਹੋਣੀ, ਕਿਉਂਕਿ ਮੈਂ ਮੈਕਸਿਮਮ ਕੇਸ ਕਿਸ ਸੰਦਰਭ ਚ ਆਇਆ ਤੁਹਾਡੇ ਕੋਲ? ਮੈਕਸਿਮਮ ਕੇਸ ਹੁੰਦੇ ਜੀ ਵੀ ਮੈਨੂੰ ਡਿਪਰੈਸ਼ਨ ਦੀ ਗੋਲੀ ਲੱਗੀ ਹੈ, ਜੇ ਮੈਂ ਉਹ ਨਾ ਖਾਵਾਂ ਮੈਨੂੰ ਨੀਂਦ ਨਹੀਂ ਆਉਂਦੀ, ਜਾਂ ਮੈਨੂੰ ਘਬਰਾਹਟ ਬਹੁਤ ਹੁੰਦੀ ਹੈ, ਡਰ ਬਹੁਤ ਲੱਗਦਾ, ਮੇਰਾ ਕੰਮ ਕਰਨ ਨੂੰ ਕੋਈ ਜੀ ਨਹੀਂ ਕਰਦਾ, ਆਲਸ ਪੂਣਾ ਪੈ ਜਾਂਦਾ। ਸੋ ਇਹ ਚੀਜ਼ਾਂ ਨਾ ਮੈਂ ਦੱਸਦਾ, ਡਿਪਰੈਸ਼ਨ ਨਾ ਪਹਿਲੀ ਸਟੇਜ 'ਚ ਪਤਾ ਹੀ ਨਹੀਂ ਲੱਗਦਾ ਹੁੰਦਾ ਕਈਆਂ ਨੂੰ, ਕਿਉਂਕਿ ਔਰਤਾਂ ਦੇ ਵਿੱਚ ਡਿਪਰੈਸ਼ਨ ਦੇ ਹੋਰ ਲੱਛਣ ਹੈ, ਮਰਦਾਂ 'ਚ ਡਿਪਰੈਸ਼ਨ ਦੇ ਹੋਰ ਲੱਛਣ ਹੈ। ਕਈ ਵਾਰੀ ਮਰਦਾਂ ਨੂੰ ਡਿਪਰੈਸ਼ਨ ਹੁੰਦਾ ਪਰ ਉਹ ਈਗੋ, ਹੰਕਾਰ ਵਸੇ ਹੁੰਦਾ ਵੀ ਮੈਨੂੰ ਕਿਵੇਂ ਕੋਈ ਕਹਿ ਦੂਗਾ, ਵੀ ਜਿਵੇਂ ਮੈਂ ਐਗਜ਼ਾਮਪਲ ਦਿੰਦਾ, ਹਸਬੈਂਡ ਵਾਈਫ
ਵਾਈਫ ਦਾ ਮੈਨੂੰ ਕਾਲ ਆਉਂਦਾ ਵੀ ਮੇਰੇ ਨਾ ਘਰ ਵਾਲੇ ਨੂੰ ਡਿਪਰੈਸ਼ਨ ਹੈ ਭਾਜੀ, ਵੀ ਉਹਦਾ ਹੁਣ ਕੀ ਇਲਾਜ ਕਰੀਏ, ਵੀ ਉਹ ਨਾ ਕੋਈ ਗੱਲ ਸੁਣਦਾ ਨਾ ਉਹ ਮੰਨਦਾ, ਵੀ ਮੈਂ ਕਾਉਂਸਲਿੰਗ ਵੀ ਨਹੀਂ ਕਰਾਉਣੀ ਹੈਗੀ। ਇਹਨੂੰ ਕਹਿੰਦੇ ਜਿੱਦਪੁਣਾ ਜੀ। ਬੰਦਾ ਕਹਿੰਦਾ ਵੀ ਮੈਨੂੰ ਹਾਂ ਵੀ ਮੈਂ ਠੀਕ ਹੈ, ਮੈਨੂੰ ਡਿਪਰੈਸ਼ਨ ਦੀ ਨਹੀਂ ਹੈਗਾ, ਮੈਨੂੰ ਲੋੜ ਨਹੀਂ, ਜਦ ਕਿ ਉਹ ਘਰ ਦੇ ਵਿੱਚ ਰੋਜ਼ ਕਲੇਸ਼ ਕਰਦਾ, ਕਿਸੇ ਦੀ ਗੱਲ ਨਹੀਂ ਸੁਣਦਾ, ਕਿਸੇ ਦੇ ਇਮੋਸ਼ਨਸ ਨੂੰ ਸਮਝਦਾ ਨਹੀਂ ਹੈਗਾ, ਤੇ ਘਰ ਵਾਲੀ ਉਹਦੀ ਮਿੰਨਤਾਂ ਕਰਦੀ ਵੀ ਤੂੰ ਕਰਾ ਲਾ। ਇਹ ਕਈ ਬੰਦਿਆਂ ਦੇ ਵਿੱਚ ਇਹ ਲੱਛਣ ਦੇਖਣ ਨੂੰ ਮਿਲਦੇ ਆ। ਤੇ ਮੈਂ ਇੱਕ ਗੱਲ ਕਹਿਣਾ ਵੀ ਡਿਪਰੈਸ਼ਨ ਘਰ 'ਚ ਭਾਵੇਂ ਇੱਕ ਬੰਦੇ ਨੂੰ ਹੋਵੇ, ਦੋ ਨੂੰ ਹੋਵੇ, ਪਰ ਸਾਰੀ ਫੈਮਿਲੀ ਨੂੰ ਸਫਰ ਕਰਨਾ ਪੈਂਦਾ, ਕਿਉਂਕਿ ਉਹ ਬੰਦੇ ਦੇ ਹਾਵ ਭਾਵ ਇਦਾਂ ਦੇ ਹੁੰਦੇ ਆ ਵੀ ਹਰ ਬੰਦਾ ਉਹ ਤੋਂ ਉਹਦੇ ਨਾ ਉਹ ਕਹਿੰਦੇ ਇੱਕ ਤਾਂ ਨਾਰਮਲ ਬਿਹੇਵ ਹੋ ਗਿਆ ਵੀ ਆ ਕੇ ਮਿਲ ਕੇ ਗੱਲਬਾਤ ਹੋ ਗਈ, ਇੱਕ ਨਾ ਫਿਰ ਚੀਜ਼ਾਂ ਮੋਨੀਟਰ ਕਰੀਆਂ ਜਾਂਦੀਆਂ ਵੀ ਕਿਉਂ ਇਦਾਂ ਬਿਹੇਵ ਕਰੀ ਜਾਂਦਾ, ਕੀ ਹੋ ਗਿਆ, ਵੀ ਥੋੜੀ ਜਿਹੀ ਕਾਉਂਸਲਿੰਗ ਕਰਾਓ ਤਾਂ ਠੀਕ ਹੋ ਜਾਏਗਾ। ਹੁਣ ਜਿਹੜੇ ਔਰਤਾਂ 'ਚ ਡਿਪਰੈਸ਼ਨ ਕਿੱਦਾਂ ਦਾ ਹੁੰਦਾ, ਔਰਤਾਂ 'ਚ ਡਿਪਰੈਸ਼ਨ ਇਹ ਹੈ ਵੀ ਨਾ ਉਹਨਾਂ ਨੂੰ ਸਰਵਾਈਕਲ ਵਰਗੀ ਪ੍ਰੋਬਲਮ ਆ ਜਾਂਦੀਆਂ, ਪੇਟ ਦੇ ਵਿੱਚ ਤੇਜ਼ਾਬ ਬਹੁਤ ਛੇਤੀ ਬਣਨਾ ਸ਼ੁਰੂ ਹੋ ਜਾਂਦਾ ਹੈ, ਉਹਨਾਂ ਦੇ ਪੀਰੀਅਡਸ ਇੰਬੈਲੈਂਸ ਹੋਣੇ ਸ਼ੁਰੂ ਹੋ ਜਾਂਦੇ ਆ, ਫਿਰ ਉਹ ਹਮੇਸ਼ਾ ਥਕਾਵਟ ਜਿਹੀ ਰਹਿੰਦੀ ਹੈ, ਕੰਮ ਨਹੀਂ ਕੋਈ ਹੁੰਦਾ ਹੈਗਾ। ਇਹ ਮਤਲਬ ਕਿ ਹਰ ਲੈਵਲ ਦੇ ਇਹਦੇ ਅਲੱਗ-ਅਲੱਗ ਵੀ ਹਰ ਜੇ ਬੱਚੇ ਦਾ ਡਿਪਰੈਸ਼ਨ ਹੋ ਰਿਹਾ, ਬਜ਼ੁਰਗ ਦਾ ਹੋ ਰਿਹਾ, ਜਵਾਨ ਮੁੰਡਿਆਂ ਦਾ ਹੋ ਰਿਹਾ, ਜਵਾਨ ਕੁੜੀਆਂ ਦਾ ਹੋ ਰਿਹਾ, ਮਤਲਬ ਕਿ ਇਹ ਪੇਸ਼ੈਂਟ ਟੂ ਪੇਸ਼ੈਂਟ ਦੇਖਿਆ ਜਾਂਦਾ ਵੀ ਇਹਨੂੰ ਕੀ ਪ੍ਰੋਬਲਮ ਹੈ ਤੇ ਇਹਦੇ ਰੂਟ ਕਾਜ਼ ਕੀ ਆ। ਸੋ ਹੁਣ ਇੰਨਾ ਐਕਸਪੀਰੀਅੰਸ ਹੋ ਗਿਆ, ਇੰਨੇ ਸਾਲ ਹੋ ਗਏ ਕੰਮ ਕਰਦੇ ਨੂੰ, ਵੀ ਹੁਣ ਪਹਿਲੀ ਵਾਰ 'ਚ ਆਪਾਂ ਨੂੰ ਪਤਾ ਲੱਗਦਾ ਵੀ ਇੱਥੋਂ ਕੰਮ ਸ਼ੁਰੂ ਕਰਨਾ ਤੇ ਇੰਨੀ ਜਲਦੀ ਤੂੰ ਠੀਕ ਹੋ ਜਾਏਗਾ। ਅੱਜ ਕੱਲ੍ਹ ਭਾਈ ਅਜੇ ਗੱਲ ਕੀਤੀ ਜਾਵੇ ਤਲਾਕ ਬਹੁਤ ਜ਼ਿਆਦਾ ਹੋ ਰਹੇ ਨੇ, ਪਰ ਉਹ ਆਪਾਂ ਇਹ ਨਹੀਂ ਕਹਾਂਗੇ ਕਿਸ ਪੱਖ ਦੀ ਗਲਤੀ ਕਿਸ ਦੀ, ਉਹਦੇ ਪਿੱਛੇ ਕਾਰਨ ਤੁਸੀਂ ਕੀ ਮੰਨਦੇ? ਦੇਖੋ ਜੀ, ਮੈਂ ਤਾਂ ਹਮੇਸ਼ਾ ਹੀ ਕਹਿੰਦਾ ਆਪਣੀ ਇੰਟਰਵਿਊਆਂ ਦੇ ਵਿੱਚ ਤਲਾਕ ਦਾ ਸਭ ਤੋਂ ਵੱਡਾ ਕਾਰਨ ਹੈਗਾ ਪਹਿਲਾਂ ਤਾਂ ਐਕਸਪੈਕਟੇਸ਼ਨਸ ਹੁੰਦੀਆਂ ਜਿਹੜੀ ਹਸਬੈਂਡ ਵਾਈਫ ਦੀਆਂ ਹੁੰਦੀਆਂ ਆਪਸ ਦੇ ਵਿੱਚ, ਵੀ ਜੋ ਵਿਆਹ ਤੋਂ ਪਹਿਲਾਂ ਉਹਨਾਂ ਨੇ ਇੰਨੀ ਉਮੀਦਾਂ ਲਾਈਆਂ ਹੁੰਦੀਆਂ, ਕਿਉਂਕਿ ਜੋ ਬੈਚਲਰ ਲਾਈਫ ਹੋਰ ਹੁੰਦੀ ਹੈ ਤੇ ਵਿਆਹ ਤੋਂ ਬਾਅਦ ਦੀ ਜ਼ਿੰਮੇਵਾਰੀ ਹੋਰ ਚੀਜ਼ ਹੈ, ਤੇ ਉਹ ਇਹ ਸਮਝਦੇ ਵੀ ਸ਼ਾਇਦ ਇਹ ਤੋਂ ਵੀ ਵਧੀਆ ਚੀਜ਼ਾਂ ਐਕਸਪੈਕਟ ਹੋਰ ਕਰੀਆਂ ਹੁੰਦੀਆਂ ਨੇ, ਉਹਦੇ ਕਰਕੇ ਹਮੇਸ਼ਾ ਨਿੱਤ ਦਾ ਕਲੇਸ਼ ਰਹਿੰਦਾ ਵੀ ਆਹ ਨਹੀਂ ਹੁੰਦਾ ਪਿਆ, ਵਿਆਹ ਤੋਂ ਪਹਿਲਾਂ ਤਾਂ ਆਹ ਕੁਛ ਕਰਦੀ ਰਹੀ ਆ ਮੈਂ, ਮੁੰਡਾ ਕਹਿੰਦਾ ਮੈਂ ਇਦਾਂ ਜਿੱਦਾਂ ਹੁੰਦਾ ਸੀ, ਮੈਂ ਰਾਤ ਨੂੰ 10 ਵਜੇ 11 ਵਜੇ ਵੀ ਹੁੰਦਾ ਰਿਹਾ, ਵਿਆਹ ਤੋਂ ਬਾਅਦ ਟਾਈਮ ਚੇਂਜ ਹੋ ਜਾਂਦਾ, ਕੋਈ ਕਹਿੰਦਾ ਹੁਣ ਮੈਨੂੰ 8 ਵਜੇ ਆਉਣਾ ਪੈਂਦਾ, ਕੋਈ 9 ਵਜੇ ਆਉਣਾ ਪੈਂਦਾ, ਤੇ ਵਾਈਫ ਕਹਿੰਦੀ ਹੈ ਵੀ ਮੈਂ ਤਾਂ ਹੁਣ ਆਪਣੀਆਂ ਆਹ ਚੀਜ਼ਾਂ ਆਦਤਾਂ ਵੀ ਚੇਂਜ ਕਰ ਲਈਆਂ, ਹੁਣ ਮੈਂ ਕੱਪੜੇ ਵੀ ਚੇਂਜ ਕਰ ਲਏ ਪਾਉਣੇ, ਮਤਲਬ ਕਿ ਐਕਸੈਪਟੈਂਸ ਨਹੀਂ ਕਰੋਗੇ ਤਲਾਕ ਹੋਣਾ ਹੀ ਹੋਣਾ। ਦੂਜਾ ਸਭ ਤੋਂ ਵੱਡਾ ਰੀਜ਼ਨ ਹੈਗਾ ਤਲਾਕ ਦਾ ਵੀ ਮਾਪਿਆਂ ਦੀ ਬੇਫਜ਼ੂਲ ਦੀ ਇੰਟਰਫੇਰੈਂਸ ਬੱਚਿਆਂ ਦੀ ਲਾਈਫ ਦੇ ਵਿੱਚ, ਚਾਹੇ ਉਹ ਮੁੰਡੇ ਦੇ ਮਾਪਿਓ ਨੇ ਚਾਹੇ ਕੁੜੀ ਦੇ ਮਾਪਿਓ, ਵੀ ਆਪਣੇ ਬੱਚੇ ਨੂੰ ਮੋਨੀਟਰ ਤੇ ਆਪਣੇ ਕੰਟਰੋਲ 'ਚ ਕਰਨਾ, ਉਹ ਆਪਣੇ ਬੱਚਿਆਂ ਨੂੰ ਕੰਟਰੋਲ ਕਰਦੇ ਕਰਦੇ ਆਪਣੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਦਿੰਦੇ ਆ। ਤਾਂ ਬਾਈ ਜੀ ਪਹਿਲਾਂ ਵੀ ਕੀਤਾ ਜਾਂਦਾ ਸੀ ਕਿ ਸਮਾਂ ਚੇਂਜ ਹੋ ਗਿਆ ਤਾਂ ਸਮਾਂ ਚੇਂਜ ਬਦਲਣਾ ਪਏਗਾ। ਇਹ ਗੱਲ ਕੰਟਰੋਲ ਪਹਿਲਾਂ ਦੀ ਗੱਲ ਦੇਖੋ, ਪਹਿਲਾਂ ਐਂ ਕੰਟਰੋਲ ਨਹੀਂ ਹੁੰਦਾ ਸੀ, ਹੁਣ ਕੰਟਰੋਲ ਦਾ ਮਤਲਬ ਹੈ ਵੀ ਸਾਡੇ ਬੱਚੇ ਦੀ ਜੇ ਗਲਤੀ ਵੀ ਹੈ ਤਾਂ ਉਹਨੂੰ ਕੋਈ ਕੁਛ ਨਾ ਨਹੀਂ ਕਹਿ ਸਕਦਾ। ਜੇ ਮੇਰੀ ਕੁੜੀ ਪੇਕੇ ਘਰ ਆਹ ਕੁਛ ਕਰਦੀ ਸੀ ਤਾਂ ਸਹੁਰੇ ਵੀ ਉਹ ਆਹੀ ਕਰੂਗੀ, ਜੇ ਪੇਕੇ ਘਰ 9 ਵਜੇ ਉੱਠਦੀ ਸੀ ਤਾਂ ਸਹੁਰੇ ਵੀ 9 ਵਜੇ ਉੱਠੂਗੀ। ਇਹ ਹੁੰਦਾ ਕੰਟਰੋਲ ਕਰਨਾ, ਇਹ ਫਿਰ ਘਰ ਖਰਾਬ ਕਰਦਾ। ਮੁੰਡੇ ਵਾਲੇ ਪਾਸਿਓਂ ਇਹ ਹੈ ਵੀ ਕੋਈ ਵੀ ਜਦੋਂ ਵਿਆਹ ਹੋ ਗਿਆ ਮੁੰਡੇ ਦੀ ਕੀ ਜ਼ਿੰਮੇਵਾਰੀ ਬਣਦੀ ਵੀ ਜਿਹੜੀ ਚੱਲ ਕੇ ਤੇਰੇ ਘਰ ਆਈ ਹੈ ਪਹਿਲੀ ਡਿਊਟੀ ਤੇਰੀ ਉਹਦੇ ਪ੍ਰਤੀ ਹੈ ਵੀ ਉਹਦੀ ਲੁੱਕ ਆਫਟਰ ਕਰਨੀ, ਉਹਦੇ ਇਮੋਸ਼ਨਸ ਤੇ ਫੀਲਿੰਗਸ ਨੂੰ ਸਮਝਣਾ। ਉਹ ਤੋਂ ਬਾਅਦ ਕੀ ਹੁੰਦਾ ਜੇ ਘਰ 'ਚ ਕੋਈ ਗੱਲ ਹੁੰਦੀ ਹੈ, ਕਈ ਵਾਰੀ ਨਾ ਵਿਆਹੀ ਕੁੜੀ ਨੂੰ ਪਤਾ ਹੀ ਨਹੀਂ ਹੁੰਦਾ ਵੀ ਘਰ 'ਚ ਕੀ ਡਿਸੀਜਨ ਲਿਆ, ਉਹ ਆਪਣੀ ਮਾਂ ਨਾਲ ਸਲਾਹ ਕਰੀ ਜਾਂਦਾ, ਪਿਓ ਨਾਲ ਕਰੀ ਜਾਂਦਾ, ਚਲੋ ਜੀ ਫਾਈਨਲ ਹੋ ਗਿਆ, ਜਿੱਦਣ ਆਖਰੀ ਦਿਨ ਹੁੰਦਾ ਉਦੋਂ ਦੱਸਦਾ ਵੀ ਆਹ ਹੁਣ ਕਰਨਾ। ਉਹ ਕਹਿੰਦੇ ਫਿਰ ਮੈਂ ਤੇਰੀ ਲਾਈਫ ਪਾਰਟਨਰ ਤੇ ਮੇਰੇ ਨਾਲ ਕਿਉਂ ਨਹੀਂ ਕੁਝ ਡਿਸਕਸ ਕਰਦਾ। ਇਹ ਬਹੁਤ ਪ੍ਰੋਬਲਮ ਆਉਂਦੀ ਲੋਕਾਂ ਦੇ ਵਿੱਚ ਅੱਜ ਕੱਲ੍ਹ ਜਨਰੇਸ਼ਨ 'ਚ ਵੀ ਅਸੀਂ ਆਪਸ 'ਚ ਕਿਉਂ ਨਹੀਂ ਡਿਸਕਸ ਕਰ ਸਕਦੇ ਕੁਝ। ਸੋ ਇਹ ਚੀਜ਼ਾਂ ਕਰਕੇ ਇਹ ਸਭ ਤੋਂ ਪਹਿਲਾਂ ਮਾਂ ਪਿਓ ਨੂੰ ਚਾਹੀਦਾ ਬੱਚਿਆਂ ਨੂੰ ਇਸ ਹਿਸਾਬ ਨਾਲ ਪਰਵਰਿਸ਼ ਕਰੋ, ਇਸ ਹਿਸਾਬ ਨਾਲ ਵਿਆਹ ਤੋਂ ਬਾਅਦ ਉਹਨਾਂ ਨੂੰ ਲੁੱਕ ਆਫਟਰ ਕਰੋ, ਟ੍ਰੇਨਿੰਗ ਦਿਓ, ਤੁਸੀਂ ਆਪਣੇ ਇੰਡੀਪੈਂਡੈਂਟ ਡਿਸੀਜਨ ਲੈਣੇ ਸਿੱਖੋ। ਅਸੀਂ ਬੈਠੇ ਆ ਤੁਹਾਡੇ ਲੁੱਕ ਆਫਟਰ ਕਰਨ, ਵੀ ਕੋਈ ਪ੍ਰੋਬਲਮ ਆਉਂਦੀ ਫਿਰ ਵੀ ਅਸੀਂ ਬੈਠੇ ਆ, ਪਰ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਤੂੰ ਮੈਂ ਤੈਨੂੰ ਕੰਟਰੋਲ ਕਰ ਲਿਆ ਉਹਨੇ ਤੈਨੂੰ ਕੰਟਰੋਲ ਕਰ ਲਿਆ, ਚਲੋ ਜੀ ਫਿਰ ਤਾਂ ਭੋਗ ਪੈਣਾ ਪੱਕਾ ਰਿਸ਼ਤੇ ਦਾ। ਜੀ ਜੀ। ਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਮਹਿੰਗਾਈ ਦਾ ਦੌਰ ਆ ਬਾਈ ਜੀ ਅੱਜ, ਤੇ ਪਹਿਲਾਂ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਨਖਾਹ ਭਾਵੇਂ ਘੱਟ ਸੀਗੀ, ਖਰਚੇ ਵੀ ਘੱਟ ਸੀਗੇ, ਹੁਣ ਜਿਵੇਂ ਤਨਖਾਹਾਂ ਵਧੀਆਂ ਨੇ ਖਰਚੇ ਉਦੋਂ ਦੁੱਗਣੇ ਹੋਈ ਜਾਂਦੇ, ਉਹ ਵੀ ਕਿਤੇ ਨਾ ਕਿਤੇ ਕਾਰਨ ਡਿਪਰੈਸ਼ਨ ਦਾ ਮੰਨਦੇ ਤੁਸੀਂ, ਉਹਦਾ ਹੱਲ ਕੀ ਹੈਗਾ ਜੀ? ਦੇਖੋ ਜੇ ਮਹਿੰਗਾਈ ਵੱਧਦੀ ਹੈ ਦੇਖੋ ਸਮੇਂ ਦੇ ਨਾਲ ਕਾਰੋਬਾਰ ਵੀ ਚੇਂਜ ਹੋ ਰਹੇ ਹੈ ਜੀ। ਤੁਹਾਨੂੰ ਪਤਾ ਮਹਿੰਗਾਈ ਵੱਧ ਰਹੀ ਹੈ, ਐਫਰਟਸ ਵੀ ਵਧਾਓ, ਆਪਣੇ ਕੰਮ ਦੇ ਦਾਇਰੇ ਨੂੰ ਵਧਾਓ, ਕੰਮ ਨੂੰ ਚੇਂਜ ਕਰ ਲਓ ਜੀ। ਹੁਣ ਡਿਪਰੈਸ਼ਨ ਤਾਂ ਦੇਖੋ ਜੀ ਉਹਨੂੰ ਹੋਣਾ ਹੀ ਹੋਣਾ, ਜਿਹਦੇ ਖਰਚੇ ਵੱਧਦੇ ਤੇ ਇਨਕਮ ਘੱਟ, ਸਿੱਧੀ ਜਿਹੀ ਗੱਲ ਹੈ ਇਹ ਤਾਂ ਦੁਨੀਆ ਦੇ ਕਿਸੇ ਵੀ ਤੁਸੀਂ ਕੋਨੇ 'ਚ ਰਹਿੰਦੇ ਹੋ ਡਿਪਰੈਸ਼ਨ ਉਹਨੂੰ ਹੋਣਾ ਹੀ ਹੋਣਾ। ਉਹਦਾ ਸੋਲੂਸ਼ਨ ਕੀ ਹੈ? ਸੋਲੂਸ਼ਨ ਤਾਂ ਇਹੀ ਹੈ ਕਿ ਮੈਂ ਥੋੜਾ ਆਪਣਾ ਉੱਠਣੀ ਬੈਠਣੀ ਉਹ ਬੰਦਿਆਂ ਨਾਲ ਕਰਾਂ ਜਿਹੜੇ ਤਕੜੇ ਬਿਜ਼ਨਸਮੈਨ ਆ ਜਾਂ ਜਿਹਨਾਂ ਕੋਲ ਵਧੀਆ ਆਈਡੀਆਜ਼ ਨੇ। ਲੋਕੀ ਕੀ ਕਰਦੇ ਆ, ਜਿਵੇਂ ਫੋਰ ਐਗਜ਼ਾਮਪਲ ਆਪਾਂ ਦੋਨੋਂ ਬਿਜ਼ਨਸਮੈਨ ਹੈ, ਤੁਹਾਡਾ ਬਿਜ਼ਨਸ ਲੌਸ 'ਚ ਜਾ ਰਿਹਾ ਤੇ ਮੇਰਾ ਵੀ ਇਹੋ ਜਿਹਾ ਬਿਜ਼ਨਸ ਠੰਡਾ ਜਿਹਾ, ਮੈਂ ਤੁਹਾਨੂੰ ਕਹਿੰਦਾ ਕੁਛ ਨਹੀਂ, ਮਾਰਕੀਟ ਬੇਕਾਰ ਹੈ, ਠੰਡੀ ਹੈ, ਕੋਈ ਕੰਮ ਨਹੀਂ ਹੈਗਾ, ਘਾਟੇ ਪੈ ਗਏ।
ਮੈਂ ਵੀ ਨੈਗੇਟਿਵ ਕਰਤਾ, ਤੁਸੀਂ ਸੀਗੇ ਨੈਗੇਟਿਵ। ਹੁਣ ਤੁਸੀਂ ਇੱਕ ਹੋਰ ਬੰਦੇ ਕੋਲ ਚਲੇ ਗਏ ਜਿਹੜਾ ਬਹੁਤ ਤਕੜਾ ਕੰਮ, ਵਧੀਆ ਬਿਜ਼ਨਸ ਚੱਲਦਾ, ਤੁਸੀਂ ਉਹਦੇ ਕਹਿੰਦਾ ਮੇਰੇ ਇੱਕ ਮੁੰਡਾ ਕਿੱਥੇ ਯਾਰ ਇੰਨਾ ਵਧੀਆ ਕੰਮ ਹੈ, ਮੈਂ ਤਾਂ ਫੂਡ ਫੈਕਟਰੀ ਲਾਉਣ ਲੱਗਿਆ। ਇਹ ਕੰਮ 'ਚ ਫਾਇਦਾ ਬਹੁਤ ਹੈ। ਤੁਸੀਂ ਦੇਖਿਆ ਯਾਰ, ਹਾਂ ਇਹਦੇ ਬੰਦੇ ਦਾ ਆਈਡੀਆ ਬਹੁਤ ਵਧੀਆ ਹੈ। ਆਪਣੀ ਕੰਪਨੀ ਚੇਂਜ ਕਰੋ, ਆਪਣਾ ਉੱਠਣਾ ਬੈਠਣਾ, ਲੋਕਾਂ ਦੇ ਨਾਲ ਵਿਚਰਨਾ ਚੇਂਜ ਕਰੋ। ਜੇ ਤੁਸੀਂ ਆਪਣੀ ਗਰੋਥ ਕਰਨਾ ਚਾਹੁੰਦੇ ਹੋ, ਨੈਗੇਟਿਵ ਬੰਦਿਆਂ ਕੋਲ ਜਿੰਨਾ ਬੈਠੋਗੇ, ਮਤਲਬ ਕਿ ਜਿੰਨਾ ਨਕਾਰਾਤਮਕ ਸੋਚ ਵਾਲੇ ਬੰਦਿਆਂ ਨਾਲ ਰਹੋਗੇ, ਤੁਹਾਨੂੰ ਉਹਨਾਂ ਜ਼ਿੰਦਗੀ 'ਚ ਕਦੇ ਵੀ ਗਰੋਥ ਨਹੀਂ ਹੋਣ ਦੇਣੀ, ਤੁਹਾਨੂੰ ਤਰੱਕੀ ਨਹੀਂ ਕਰਨ ਦੇਣੀ। ਤੁਸੀਂ ਹਮੇਸ਼ਾ ਫਿਰ ਬਲੈਂਕ ਹੀ ਆ ਜਾਓਗੇ ਸਾਰੀ ਉਮਰ, ਕੁਛ ਨਹੀਂ ਬਣਿਆ, ਆ ਵੀ ਕਰੇ, ਆ ਵੀ ਨਹੀਂ, ਆ ਵੀ ਕਰੇ, ਆ ਵੀ ਨਹੀਂ। ਇਹ ਚੀਜ਼ਾਂ ਨਹੀਂ ਹੁੰਦੀਆਂ। ਦੇਖੋ, ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਝੋ ਕੀ ਕਹਿ ਰਿਹਾ। ਜਿੰਨੀ ਮਿਹਨਤ ਕਰੇਗਾ, ਤਰੀਕੇ ਦੀ ਮਿਹਨਤ ਕਰੇਗਾ ਤੇ ਕਾਮਯਾਬ ਹੋ ਜਾਏਗਾ। ਨਹੀਂ ਤਾਂ ਫਿਰ ਰੋਣਾ ਪਿੱਟਣਾ ਲੱਗੇ, ਦੁਨੀਆ ਰੁਕੀ ਰਹੀ ਹੈ, ਰੋਈ ਜਾਣ ਤੋਂ। ਸੰਦੀਪ ਜੀ, ਗੱਲ ਕੀਤੀ ਆਪਾਂ, ਚਲੋ ਕਿਸੇ ਖਾਸ ਵਿਸ਼ੇਸ਼ ਦਾ ਨਾਮ ਨਹੀਂ ਲਵਾਂਗੇ। ਅੱਜ ਕੱਲ੍ਹ ਲੋਕ ਬਾਬੇ ਤੁਰੇ ਹੋਏ ਆ। ਤੁਸੀਂ ਮਨ ਦੀ ਗੱਲ ਕੀਤੀ ਵੀ ਅਸੀਂ ਮਨ ਨੂੰ ਸਮਝਾ ਲਈਏ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ। ਪਰ ਲੋਕਾਂ ਦਾ ਧਾਰਮਿਕ ਪੱਖ ਵੱਲ, ਭਾਵੇਂ ਉਹ ਸਿੱਖੀਜ਼ਮ ਦੀ ਗੱਲ ਕਰ ਲਈਏ, ਹਿੰਦੂਇਜ਼ਮ ਦੀ ਗੱਲ ਕਰ ਲਈਏ, ਉਹਨਾਂ ਤੋਂ ਹਟ ਕੇ ਵੀ ਇੱਕ ਬਾਬੇ ਤੁਰੇ ਫਿਰਦੇ ਆ। ਉਹਨਾਂ ਮਗਰ ਜਨਤਾ ਤੁਰੀ ਹੋਈ ਆ ਕਿ ਉਹਨਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਨਹੀਂ, ਆਪਣੇ ਉਹ ਦੇਵੀ ਦੇਵਤੇ ਦੇ ਵਿਸ਼ਵਾਸ ਨਹੀਂ, ਜਾਂ ਜੇ ਮੁਸਲਿਮ ਭਾਈਚਾਰਾ ਨੂੰ ਆਪਣੇ ਉਸ ਅੱਲਾ ਦੇ ਵਿਸ਼ਵਾਸ ਨਹੀਂ ਹੈ ਕਿ ਵੀ ਪਖੰਡੀ ਬਾਬੇ ਮਗਰ ਤੁਰੇ ਫਿਰਦੇ ਆ। ਦੇਖੋ, ਜੇ ਆਹ ਜਿਹੜਾ ਵਿਸ਼ਾ ਨਾ, ਮੈਂ ਦੇਖੋ ਇੰਨਾ ਘੁੰਮ ਕੇ ਵੇਖਿਆ, 90% ਦੁਨੀਆ ਪਖੰਡਵਾਦ 'ਚ ਵਿਸ਼ਵਾਸ ਰੱਖਦੀ ਹੈ ਜੀ। ਹੁਣ ਜਿਹਨੇ ਤਾਂ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੀ ਹੋਊਗੀ, ਸਮਝੀ ਹੋਊਗੀ, ਉਹਨੂੰ ਤਾਂ ਪਤਾ ਹੈ ਜ਼ਿੰਦਗੀ ਜੀਣ ਦਾ ਤਰੀਕਾ ਜੀ। ਕਿਉਂਕਿ ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਹੋਈ ਨਹੀਂ ਕਦੇ, ਉਹਨੂੰ ਮੰਨਿਆ ਹੀ ਨਹੀਂ ਬਾਣੀ ਨੂੰ ਲਿਖਿਆ ਹੋਇਆ, ਉਹਦਾ ਜੀਵਨ ਕਦੇ ਵੀ ਨਹੀਂ ਜੀਵਨ ਬਦਲਣ ਦਾ ਮਤਲਬ ਇਹ ਹੁੰਦਾ ਹੈ ਵੀ ਤੁਸੀਂ ਪੋਜ਼ਿਟਿਵ ਹੋ ਸਮਾਜ ਦੇ ਵਿੱਚ, ਤੇ ਉਹਦੇ ਚੰਗੀਆਂ ਆਦਤਾਂ ਨੇ ਤੁਹਾਡੇ ਅੰਦਰ। ਹੁਣ ਇੱਕ ਨਾ ਨਵਾਂ ਹੀ ਪਖੰਡਵਾਦ ਸਮਾਜ ਦੇ ਵਿੱਚ ਚੱਲਦਾ ਪਿਆ। ਬਹੁਤ ਦੇਰ ਤੋਂ ਮੈਂ ਚੀਜ਼ਾਂ ਦੇਖ ਰਿਹਾ ਵੀ ਅਸੀਂ ਗੁਰਦੁਆਰੇ ਪਾਠ ਰਖਾਉਂਦੇ ਆ ਹਰ ਸਾਲ ਪਾਠ ਰਖਾਉਂਦੇ ਆ। ਤੇ ਪਾਠ ਰਖਾਇਆ ਕਿਵੇਂ ਜਾਂਦਾ? ਪਹਿਲਾਂ ਜਾਂਦੇ ਆ ਪ੍ਰਕਾਸ਼ ਕਰਕੇ ਆਰੰਭ ਕਰਾ ਦਿੰਦੇ, ਜਪਜੀ ਸਾਹਿਬ ਦਾ ਪਾਠ ਸ਼ੁਰੂ ਹੋ ਜਾਂਦਾ ਹੈ, ਸਾਰਾ ਟੱਬਰ ਉੱਥੋਂ ਤਿੱਤਰ ਹੋ ਜਾਂਦਾ ਹੈ। ਫਿਰ ਜਦੋਂ 3 ਦਿਨ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੇ 9ਵੇਂ ਮਹੱਲੇ ਦੇ ਸ਼ਲੋਕ ਸ਼ੁਰੂ ਹੋਣ ਲੱਗਦੇ ਆ, ਫਿਰ ਸਾਰਾ ਟੱਬਰ ਫੇਰ ਆ ਜਾਂਦਾ। ਹੁਣ ਜਿਹੜੇ ਉਹ ਵਿੱਚ ਦੇ ਬਾਣੀ ਹੈ, ਵਿੱਚ ਦਾ ਸਮਾਂ ਹੈ, ਉਹ ਕਿੱਥੇ ਗਿਆ? ਪਾਠ ਕਰਾਉਣ ਤੱਕ ਸੀਮਤ ਹੋ ਗਏ, ਪਾਠ ਸੁਣਨ ਤੇ ਮਤਲਬ ਕਿ ਇਹਨੂੰ ਕਹਿੰਦੇ ਆਪਾਂ ਵੀ ਪਖੰਡਵਾਦ। ਦੁਨੀਆ 90% ਤੋਂ ਵੱਧ ਇਸੇ ਰੂਪ ਚ ਚੱਲ ਪਈ ਕਿਉਂਕਿ ਸੌਖਾ ਹੋ ਗਿਆ ਕੰਮ। ਗੁਰਦੁਆਰੇ ਭਾਈ ਸਾਹਿਬ ਨੂੰ ਪੈਸੇ ਦਿੱਤੇ, ਗ੍ਰੰਥੀ ਸਿੰਘ ਆਉਂਦੇ ਵਿਚਾਰੇ ਡਿਊਟੀ ਕਰਦੇ ਜਾਂਦੇ ਆ। ਗ੍ਰੰਥੀ ਸਿੰਘ ਨੇ ਸੁਣਾਉਣਾ ਕਿਹਨੂੰ ਹੈ? ਬੈਠਾ ਤਾਂ ਉੱਤੇ ਕੋਈ ਹੈ ਹੀ ਨਹੀਂ। ਦੋਸ਼ ਮੜਦੇ ਨੇ ਗ੍ਰੰਥੀ ਸਿੰਘਾਂ ਦੇ ਉੱਤੇ ਵੀ ਠੀਕ ਨਹੀਂ ਕਰਦੇ, ਪਰ ਜੇ ਕੋਈ ਬੈਠੂਗਾ ਸੁਣੂਗਾ ਤਾਂ ਹੀ ਸੁਚੇਤ ਹੋ ਕੇ ਸੁਣਾਉਣਗੇ ਉਹ। ਹੁਣ ਇਹਦੇ ਵਿੱਚ ਕਸੂਰ ਕਿਸੇ ਕਮੇਟੀ ਦਾ ਨਹੀਂ, ਕਿਸੇ ਗ੍ਰੰਥੀ ਸਿੰਘ ਦਾ ਨਹੀਂ, ਸਾਰੇ ਦਾ ਸਾਰਾ ਕਸੂਰ ਉਹਨਾਂ ਦਾ ਜਿਨ੍ਹਾਂ ਨੇ ਰਖਾਇਆ। ਕਿਉਂਕਿ ਦੇਖੋ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੈਂ ਸਮਝਦਾ ਵੀ ਜਾਗਦੀ ਜੋਤ ਨੇ, ਗੁਰੂ ਨਾਨਕ ਸਾਹਿਬ ਦਾ ਰੂਪ ਨੇ। ਹੁਣ ਗੁਰੂ ਨਾਨਕ ਸਾਹਿਬ ਨੂੰ ਅਸੀਂ ਕਿਹਾ ਮਹਾਰਾਜ ਅਸੀਂ ਬਾਣੀ ਸੁਣਨੀ ਆ, 3 ਦਿਨ ਪਾਠ ਚੱਲਣਾ, ਭਾਈ ਜੀ ਕਹਿੰਦੇ ਆਹ ਵਿਧੀ ਨਾਲ ਚੱਲੂ। ਤੇ ਗੁਰੂ ਨਾਨਕ ਸਾਹਿਬ ਤਾਂ ਬਾਣੀ ਪੜ੍ਹੀ ਜਾ ਰਹੇ ਆ, ਤੁਹਾਨੂੰ ਕੱਲਾ ਕੱਲਾ ਸ਼ਲੋਕ ਸੁਣਾਈ ਜਾ ਰਹੇ ਆ, ਉਹ ਤੇ ਸੁਣਨ ਵਾਲਾ ਕੋਈ ਹੈ ਨਹੀਂਗਾ। ਤੇ ਭਲਾ ਕਿਹਨਾਂ ਦਾ ਕਰਨਾ? ਕੰਧਾਂ ਦਾ ਕਰਨਾ, ਕਮਰਿਆਂ ਦਾ ਕਰਨਾ। ਤੇ ਲੋਕੀ ਇੱਥੇ ਪਤਾ ਕੀ ਕਹਿਣਗੇ, ਲੈ ਪਾਠ ਰਖਾਇਆ ਜਾ ਰਿਹਾ, ਦੇਖੋ ਭਲਾ ਹੋ ਰਿਹਾ, ਇੰਨੇ ਅਖੰਡ ਪਾਠ ਰੱਖੇ ਜਾ ਰਹੇ ਆ, 100 ਰੱਖੇ ਜਾ ਰਹੇ ਆ। ਉਹ ਭਾਈ ਜੇ ਇਹੀ ਭਲੇ ਹੋਣੇ ਹੁੰਦੇ, ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਵੀ ਇਹੀ ਕਰਮ ਕਾਂਡ ਚੱਲਦੇ ਹੁੰਦੇ ਸੀਗੇ, ਲੱਖ ਜਾਪ ਚੱਲਦੇ ਹੁੰਦੇ ਸੀਗੇ ਉਦੋਂ, ਜਿਨ੍ਹਾਂ ਨੂੰ ਕੋਈ ਸਮਝਦਾ ਹੀ ਨਹੀਂ ਹੁੰਦਾ ਸੀਗਾ। ਹਵਨ ਕਈ ਤਰ੍ਹਾਂ ਦੇ ਚੱਲਦੇ ਹੁੰਦੇ ਸੀ। ਹੁਣ ਵੀ ਤਾਂ ਉਹੀ ਮਨਮਤ ਚੱਲਦੀ ਪਈ ਹੈ। ਬਾਣੀ ਨੂੰ ਸੁਣੋਗੇ, ਸਮਝੋਗੇ ਤਾਂ ਸੁਧਾਰ ਹੋਣਾ, ਵਰਨਾ ਕੋਈ ਸੁਧਾਰ ਨਹੀਂ ਹੈਗਾ। ਦੇਖੋ ਉਹਦੇ ਵਿੱਚ ਨਾ ਇੱਕ ਪੰਕਤੀ ਅਸ਼ਟਪਦੀ ਆਉਂਦੀ ਹੈ, ਬ੍ਰਹਮ ਗਿਆਨੀ ਦੀ ਅਸ਼ਟਪਦੀ ਆਉਂਦੀ ਹੈ ਉਹਦੇ ਵਿੱਚ, ਸੁਖਮਨੀ ਸਾਹਿਬ ਦੇ ਵਿੱਚ। ਹੁਣ ਜਿਹੜੀ ਬ੍ਰਹਮ ਗਿਆਨੀ ਦੀ ਅਸ਼ਟਪਦੀ ਹੈ, ਉਹ ਤਾਂ ਜੇ ਸੁਣੋਗੇ ਤਾਂ ਹੀ ਪਤਾ ਲੱਗੂ ਵੀ ਬ੍ਰਹਮ ਗਿਆਨੀ ਦੇ ਕੀ ਫੀਚਰਸ ਹੁੰਦੇ ਆ, ਕੀ ਲੱਛਣ ਨੇ, ਉਹ ਕਿੱਦਾਂ ਦਾ ਹੋਊਗਾ। ਉਹ ਜਿਹਨੇ ਸੁਣਿਆ ਹੀ ਨਹੀਂ ਉਹਨੂੰ ਪਤਾ ਕਿਵੇਂ ਲੱਗੂ ਬ੍ਰਹਮ ਗਿਆਨੀ ਕੌਣ ਹੈ? ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਗ, ਜੈਸੇ ਸੂਰ ਸਰਬ ਕੋ ਸੋਗ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ। ਹੁਣ ਜਿਹਨੇ ਬ੍ਰਹਮ ਗਿਆਨੀ ਦੀ ਅਸ਼ਟਪਦੀ ਸੁਣੀ ਹੋਊਗੀ ਉਹਨੇ ਬ੍ਰਹਮ ਗਿਆਨੀ ਬਣ ਜਾਣਾ। ਭਾਵੇਂ ਤੁਸੀਂ ਸੁਣ ਲਓ, ਤੁਸੀਂ ਬ੍ਰਹਮ ਗਿਆਨੀ ਬਣੋ, ਕੋਈ ਛੋਟਾ ਬੱਚਾ ਉਹ ਸੁਣੂਗਾ, ਮੰਨੂਗਾ, ਉਹਨੇ ਬਣ ਜਾਣਾ। ਇਹਦੀ ਕੋਈ ਮਤਲਬ ਕਿ ਨਾ
ਮੋਰਲ ਆਫ ਦੀ ਸਟੋਰੀ ਇਹ ਹੈ, ਕਹਿਣ ਦਾ ਮਕਸਦ ਇਹ ਹੈ ਵੀ ਜੇ ਤੁਸੀਂ ਗੁਰਦੁਆਰਿਆਂ 'ਚ ਜਾ ਕੇ ਪਾਠ ਰਖਾਉਂਦੇ ਹੋ, ਉਹਨੂੰ ਸੁਣੋ ਤੇ ਮੰਨੋ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ, ਕਿਉਂਕਿ ਇਹ ਰਿਸਰਚ ਹੈ, ਇਹ ਰੱਟਾ ਮਾਰਨ ਦਾ ਵਿਸ਼ਾ ਨਹੀਂ ਹੈਗਾ, ਖੋਜ ਦਾ ਵਿਸ਼ਾ ਹੈ, ਇਹ ਮੰਨਣ ਦਾ ਵਿਸ਼ਾ ਹੈ। ਗੁਰਬਾਣੀ ਹੈ ਜਿਹੜੀ ਨਾਲੇ ਹਰ ਇੱਕ ਇਨਸਾਨ ਤੇ ਲਾਗੂ ਹੁੰਦੀ। ਹੁਣ ਦੇਖੋ ਉਹਦੇ ਵਿੱਚ ਇੱਕ ਪੰਕਤੀ ਆਉਂਦੀ ਹੈ, ਬਾਰਨ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਧਨ ਥਰਪੀਐ। ਹੁਣ ਬਾਰਨ ਬਾਰ ਕੋਈ ਮੁਸਲਮਾਨ ਵੀਰ ਨੇ ਪੰਕਤੀ ਸੁਣ ਲਈ, ਉਹਨੂੰ ਕਦ ਕਿਹਾ ਵੀ ਤੂੰ ਸਿਰਫ ਅੱਲਾ ਹੀ ਜਪਣਾ ਹੈ? ਬਿਲਕੁਲ, ਉਹਨੂੰ ਤਾਂ ਕਿ ਰੱਬ ਨੂੰ ਜਪ। ਹੁਣ ਉਹ ਕਹਿੰਦਾ ਵੀ ਮੈਂ ਤਾਂ ਕਹਿੰਦਾ ਜੀ ਮੈਂ ਤਾਂ ਅੱਲਾਹ ਨੂੰ ਜਪਣਾ, ਜਪ ਫਿਰ ਅੱਲਾਹੂ ਅੱਲਾਹੂ। ਉਹਨੇ ਜਪਿਆ, ਉਹਦੀ ਸੁਰਤੀ ਲੱਗ ਗਈ ਤੇ ਉਹ ਕੀ ਹੋ ਗਿਆ, ਮਨ ਕੋਮਲ ਹੋ ਗਿਆ, ਹਿਰਦਾ ਸ਼ੁੱਧ ਹੋ ਗਿਆ। ਇਹੀ ਹਿੰਦੂ ਸੁਣ ਲੂਗਾ ਪੰਕਤੀ ਨੂੰ, ਉਹ ਕਹੂਗਾ ਪ੍ਰਭ ਦਾ ਨਾਮ ਜਪਣ ਲਈ ਕਿਹਾ, ਬਾਰ-ਬਾਰ ਕਿਹਾ। ਨਾਲੇ ਦੇਖੋ ਜਿਹੜੀ ਗੱਲ ਗੁਰੂ ਸਾਹਿਬ ਨੂੰ ਬਹੁਤ ਬਰੀਕੀ ਚ ਕਹਿਣੀ ਪੈਂਦੀ ਨਾ, ਬਾਰ-ਬਾਰ ਜਿਹੜੇ ਕੰਮ ਲਈ, ਫਿਰ ਉਹ ਕਿੰਨਾ ਕੁ ਜ਼ਰੂਰੀ ਹੋਣਾ ਤੁਸੀਂ ਇਹ ਦੇਖੋ। ਤੇ ਦੁਨੀਆ ਕਹਿੰਦੀ ਵੀ ਅਸੀਂ ਪਾਠ ਰਖਾਇਆ, ਅਸੀਂ ਸੁੱਖਾਂ ਸੁੱਖ ਲਈਆਂ, ਸਾਡਾ ਕੰਮ ਫੇਰ ਨਹੀਂ ਬਣਿਆ। ਮੇਰੇ ਕੋਲ ਬਹੁਤ ਆਉਂਦੇ ਇਹੋ ਜਿਹੇ, ਅਸੀਂ ਉਹ ਗੁਰਦੁਆਰੇ 'ਚ ਪਾਠ ਰਖਾਇਆ ਸੀ ਵੀਰ ਜੀ, ਕੰਮ ਸਾਡਾ ਬਣਿਆ ਨਹੀਂ ਹੈਗਾ, ਵੀ ਕੰਮ ਤਾਂ ਕੋਈ ਹੋਇਆ ਨਹੀਂ। ਮੈਂ ਕਿਹਾ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਗਲਤੀਆਂ ਤਾਂ ਗੁਰੂ ਸਾਹਿਬ ਕਹਿੰਦੇ ਤੁਸੀਂ ਆਪ ਕਰੀ ਜਾਂਦੇ ਹੋ, ਵੀ ਕਸੂਰ ਤੁਸੀਂ ਸਾਡੇ 'ਚ ਦੱਸਦੇ ਹੋ ਵੀ ਸਾਡੀਆਂ ਗਲਤੀਆਂ। ਸੋ ਸਭ ਤੋਂ ਵੱਡੀ ਗਲਤੀ ਇਹ ਹੋ ਰਹੀ ਹੈ, ਬਾਣੀ ਦਾ ਪਾਠ ਰਖਾਇਆ, ਬਾਣੀ ਨਾ ਸੁਣਦੇ ਆ ਨਾ ਮੰਨਦੇ ਆ, ਫਿਰ ਕਹਿੰਦੇ ਆ ਕਿਰਪਾ ਨਹੀਂ ਹੁੰਦੀ। ਕਿਰਪਾ ਹੋਣੀ ਕਿੱਥੋਂ ਹੈ? ਕਿਰਪਾ ਅੰਦਰੋਂ ਹੋਣੀ ਹੈ, ਵਿਚਾਰਾਂ ਚੋਂ ਨਾਲ ਹੋਣੀ ਹੈ। ਜੀ ਤੁਸੀਂ ਬਿਰਤੀ ਦੀ ਗੱਲ ਕੀਤੀ ਆ, ਮੈਡੀਟੇਸ਼ਨ ਦੀ ਗੱਲ ਕਰਾਂਗੇ। ਅੱਜ ਕੱਲ ਮੈਡੀਟੇਸ਼ਨ ਦਾ ਜ਼ਮਾਨਾ ਬਹੁਤ ਜ਼ਿਆਦਾ ਵਾ, ਲੋਕ ਸੈਂਟਰ ਤੇ ਜਾ ਕੇ ਮੈਡੀਟੇਸ਼ਨ ਕਰਦੇ ਆ, ਪਰ ਧਿਆਨ ਭਟਕ ਜਾਂਦਾ। ਕਿਸੇ ਵੇਲੇ ਤਾਂ ਵੀ ਬਿਰਤੀ ਲੱਗ ਜਾਂਦੀ ਆ ਪਰਮਾਤਮਾ ਨਾਲ, ਕਿਸੇ ਵੇਲੇ ਲੋਕ ਕਹਿੰਦੇ ਯਾਰ ਨਹੀਂ ਯਾਰ ਹੁਣ ਕਾਫੀ ਟਾਈਮ ਹੋ ਗਿਆ ਮੈਡੀਟੇਸ਼ਨ ਕਰਦੇ ਨੂੰ, ਪੂਜਾ ਪਾਠ ਕਰਦੇ ਨੂੰ, ਪਾਠ ਕਰਦੇ ਨੂੰ, ਪਰ ਗੱਲ ਨਹੀਂ ਬਣਦੀ। ਉਹਦਾ ਕਾਰਨ ਕੀ ਹੈਗਾ ਪਿਛਲੇ? ਦੇਖੋ ਪਤਾ ਕੀ ਹੈ, ਸਾਡੀ ਅੱਖਾਂ ਨੇ ਜਿਹੜੀ ਮੈਡੀਟੇਸ਼ਨ ਦੀ ਹੁਣ ਗੱਲ ਸੁਣਿਓ ਬਹੁਤ ਧਿਆਨ ਨਾਲ, ਸਾਡੀ ਅੱਖਾਂ ਨੇ ਇੱਕ ਖਿੱਚੀ ਜਾਂਦੀਆਂ ਸਾਰਾ ਕੁਝ, ਉਹਦੇ ਵੈਕਿਊਮ ਕਲੀਨਰ ਦਾ ਕੰਮ ਕਰਦੀਆਂ। ਕੰਨਾਂ ਨੇ ਜੋ ਸੁਣ ਲਿਆ ਉਹ ਵੀ ਅੰਦਰ ਚਲੇ ਗਿਆ, ਅੱਖਾਂ ਨੇ ਜੋ ਦੇਖ ਲਿਆ ਉਹ ਵੀ ਅੰਦਰ ਆ ਗਿਆ। ਜਦੋਂ ਇਹ ਵੈਕਿਊਮ ਕਲੀਨਰ ਨੇ ਇੰਨਾ ਕੂੜਾ ਸਮਾਜ ਦਾ ਇਕੱਠਾ ਅੰਦਰ ਕਰ ਲਿਆ, ਤੁਸੀਂ ਕਹਿੰਦੇ ਫਿਰ ਮੈਂ ਧਿਆਨ ਲਾਉਣਾ। ਜਦੋਂ ਤੁਸੀਂ ਧਿਆਨ 'ਚ ਬੈਠੋਗੇ, ਅੱਖਾਂ ਬੰਦ ਕਰ ਲਿਆ, ਤੁਹਾਨੂੰ ਸਾਰਾ ਕੁਝ ਦਿਖਣ ਲੱਗ ਜਾਣਾ, ਉਹ ਵੀ ਸੁਣਨ ਲੱਗ ਜਾਣਾ ਜੋ ਕੁਝ ਹੋਇਆ ਅੱਜ ਤੱਕ, ਜੋ ਫਿਰ ਕਹਿੰਦੇ ਧਿਆਨ ਲੱਗਦਾ ਨਹੀਂ। ਹੁਣ ਧਿਆਨ ਲੱਗਣਾ ਕਿਵੇਂ ਆ? ਜਦੋਂ ਤੁਸੀਂ ਧਿਆਨ 'ਚ ਬਹਿਣਾ ਹਨਾ, ਇਹ ਸਮਝ ਲਓ ਵੀ ਮੈਂ ਮੁਰਦਾ, ਮੇਰੇ 'ਚ ਜਾਨ ਨਹੀਂ। ਮੁਰਦੇ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ, ਭਾਵੇਂ ਉਹਨੂੰ ਕੋਈ ਗਾਲਾਂ ਕੱਢੇ, ਭਾਵੇਂ ਉਹਦੀ ਕੋਈ ਪ੍ਰੇਜ਼ ਕਰੇ, ਭਾਵੇਂ ਉਹਦੇ ਕੋਲ ਕੋਈ ਲੱਖ ਡਾਲਰ ਰੱਖ ਦੇਵੇ, ਭਾਵੇਂ 2 ਕਿਲੋ ਸੋਨਾ ਰੱਖ ਦੇਵੇ। ਇਹ ਅਵਸਥਾ ਚਾਹੀਦੀ ਹੈ ਜਦੋਂ ਧਿਆਨ 'ਚ ਬਹਿਣਾ। ਫਿਰ ਧਿਆਨ 'ਚ ਬੈਠ ਕੇ ਫਿਰ ਕਹਿਣਾ ਵਾਹਿਗੁਰੂ ਵਾਹਿਗੁਰੂ। ਜਦੋਂ ਬੋਲੂਗੇ ਨਾ, ਫਿਰ ਜਿੰਨਾ ਬੋਲਣਾ ਉਨਾ ਕੰਨ ਲਾ ਕੇ ਸੁਣਿਓ। ਹੋ ਹੀ ਨਹੀਂ ਸਕਦਾ ਤੁਹਾਡਾ ਧਿਆਨ ਨਾ ਲੱਗੇ। ਜਦੋਂ ਧਿਆਨ 'ਚ ਬਹਿਣਾ, ਬਾਰ-ਬਾਰ ਆਪਣੇ ਆਪ ਨੂੰ ਇਹ ਕਹਿਣਾ ਦੁਨੀਆ ਤੇ ਨਾ ਚੰਦਰਮਾ ਸੂਰਜ ਤਾਰੇ, ਨਾ ਅੱਗਾ ਨਾ ਪਿੱਛਾ, ਕੋਈ ਨਹੀਂ ਹੈਗਾ। ਇੱਕ ਬ੍ਰਹਮ ਹੈ, ਬ੍ਰਹਮ ਮੈਂ ਹੈ ਜਨ, ਜਨ ਮੈਂ ਹੈ ਪਾਰ ਬ੍ਰਹਮ, ਏਕੇ ਆਪ ਨਹੀਂ ਕਿਛ ਬ੍ਰਹਮ। ਵੀ ਮੈਂ ਬ੍ਰਹਮ, ਬ੍ਰਹਮ 'ਚ ਮੈਂ ਆ, ਅਸੀਂ ਦੋਹੇ ਜਾਣੇ ਆ, ਦੁਨੀਆ ਤੇ ਹੋਰ ਕੋਈ ਹੈ ਹੀ ਨਹੀਂ। ਦੇਖੋ ਧਿਆਨ ਕਿਵੇਂ ਲੱਗਦਾ ਹੈ। ਜੀ ਧਾਰਮਿਕ ਪੱਖ ਦੀ ਗੱਲ ਕੀਤੀ ਜਾਵੇ ਤਾਂ ਬੜੀਆਂ ਬਹਿਸਾਂ ਛਿੜੀਆਂ ਹੋਈਆਂ ਨੇ, ਵੱਖ-ਵੱਖ ਮੁੱਦਿਆਂ ਤੋਂ ਛਿੜ ਜਾਂਦੀਆਂ ਨੇ। ਉਹ ਬੰਦਾ ਕਹਿੰਦਾ ਯਾਰ ਨਹੀਂ ਮੇਰੇ ਵਾਲਾ ਠੀਕ ਆ, ਉਹਦਾ ਨਹੀਂ ਯਾਰ ਮੇਰੇ ਵਾਲਾ ਠੀਕ ਆ। ਉਹਦਾ ਕਾਰਨ ਹੀ ਹੈ ਕਿਉਂ ਲੋਕ ਠੀਕ ਆ, ਜਿਹੜਾ ਵੀ ਬੰਦਾ ਜਿਸ ਧਰਮ ਨੂੰ ਮੰਨਦਾ ਤੁਹਾਡਾ ਠੀਕ ਹੈ, ਤੁਸੀਂ ਆਪਣੇ ਆਪ ਨੂੰ ਮੰਨੋ। ਇਹ ਧਰਮ ਕਦੇ ਵੱਡਾ ਛੋਟਾ ਹੋ ਨਹੀਂ ਸਕਦਾ ਤੇ ਨਾ ਕਦੇ ਧਰਮ ਨੂੰ ਠੇਸ ਪਹੁੰਚ ਸਕਦੀ ਹੈ। ਅਸੀਂ ਐਡੇ ਜੋਗੇ ਹੈ ਹੀ ਨਹੀਂ। ਤੇ ਉਹ ਕਾਰਨ ਕੀ ਆ, ਕਿਉਂ ਇਹ ਚੀਜ਼ਾਂ ਨਿਕਲਦੀਆਂ? ਕਿ ਪੋਲੀਟੀਕਲ ਸਟੰਟ ਹੈਗੇ ਨੇ ਜਾਂ ਕੀ ਕਾਰਨ ਸਮਝਦੇ? ਦੇਖੋ ਜਿਹੜਾ ਧਰਮ ਦਾ ਵਿਸ਼ਾ ਨਾ, ਅਸਲ 'ਚ ਇਹ ਹੋ ਗਿਆ ਹੁਣ ਈਗੋ ਦਾ ਵਿਸ਼ਾ ਹੋ ਗਿਆ ਵੀ ਸਾਡਾ ਧਰਮ ਵੱਧ ਫੁੱਲਣਾ ਚਾਹੀਦਾ, ਕਿਉਂਕਿ ਸਾਡਾ ਧਰਮ ਪੁਰਾਣਾ ਹੈ। ਕੋਈ ਵੀ ਲੈ ਕੇ ਬਹਿ ਜਾਂਦਾ, ਉਹ ਆਪਣੇ ਧਰਮ ਦੀਆਂ ਗੱਲਾਂ ਵਧੀਆ ਦੱਸਦੀਆਂ। ਪਰ ਨਾ ਗੁਰੂ ਅਰਜਨ ਦੇਵ ਜੀ ਨੂੰ ਪੁੱਛੋ ਮਹਾਰਾਜ ਧਰਮ ਕਿਹਦਾ ਸਭ ਤੋਂ ਵਧੀਆ, ਉਹ ਦੱਸੋ। ਉਹ ਦੱਸਦੇ ਨੇ, ਉਹ ਸੁਖਮਨੀ ਸਾਹਿਬ 'ਚ ਦੱਸਦੇ, ਉਹ ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਜਿਹੜਾ ਬੰਦੇ ਨੇ ਰੱਬ ਦਾ ਨਾਮ ਜਪ ਲਿਆ ਤੇ ਚੰਗੇ ਕੰਮ ਕਰ ਲਏ, ਉਹਦਾ ਧਰਮ ਸ੍ਰੇਸ਼ਟ ਹੈ। ਬਸ ਗੱਲ ਖਤਮ ਹੋ ਗਈ। ਕਹਿੰਦੇ ਕਾਹਦਾ ਰੌਲਾ ਇਹ? ਲੜਾਈਆਂ ਦਾ ਬੇਫਜ਼ੂਲ। ਜਿਹੜਾ ਬੰਦਾ ਕਲੇਸ਼, ਲੜਾਈ ਜਾਂ ਬਹਿਸ ਕਰਦਾ ਨਾ, ਉਹ ਕਦੇ ਧਰਮੀ ਨਹੀਂ ਹੋ ਸਕਦਾ ਹੈਗਾ। ਕਿਉਂਕਿ ਤਾਂ ਹੀ ਕਹਿਣਾ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਲਯੁਗ ਦੇ ਗੁਰੂ ਨੇ। ਕਿਉਂ ਕਲਯੁਗ ਦੇ ਗੁਰੂ ਨੇ? ਕਿਉਂਕਿ ਇਹ ਸਰਬ ਸਾਂਝੇ ਗੁਰੂ ਨੇ, ਹਰ ਇੱਕ ਮਨੁੱਖ ਦੇ ਲਈ ਨੇ ਇਹ। ਤੇ ਉਹਨਾਂ ਨੂੰ ਇਹਨਾਂ ਦੀ ਬਾਣੀ ਪੜ੍ਹਨੀ ਤੇ ਸਮਝਣੀ ਬਹੁਤ ਜ਼ਰੂਰੀ ਹੈ, ਜੇ ਉਹਨਾਂ ਨੇ ਆਪਣੇ ਧਰਮ ਨੂੰ ਸਮਝਣਾ ਹੈ। ਦੇਖੋ ਗੁਰੂ ਅੰਗਦ ਦੇਵ ਜੀ ਸੀ, ਉਹ ਦੇਵੀ ਦੇ ਉਪਾਸ਼ਕ ਸੀ, ਜਿਹੜੇ ਦੂਜੇ ਗੁਰੂ ਸੀਗੇ। ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਵਿਚਾਰ ਸੁਣੇ, ਉਹਨਾਂ ਦੇ ਆਈਡੀਓਲੋਜੀ ਨੂੰ ਸਮਝਿਆ, ਮੰਨਿਆ। ਉਹਨਾਂ ਨੇ ਕਿਹਾ ਵੀ ਇਹ ਤਾਂ ਕਮਾਲ ਦੀ ਗੱਲ ਕਰਦੇ ਨੇ, ਪ੍ਰੈਕਟੀਕਲ ਨੇ ਸਾਰਾ ਕੁਝ। ਉਹ ਫਿਰ ਦੂਜੇ ਗੁਰੂ ਦੀ ਪਦਵੀ ਨਹੀਂ ਮਿਲ ਗਈ, ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਜੀ ਬਣ ਗਏ। ਉਹ
ਇਹ ਹੈ ਵਿਚਾਰ, ਇਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ, ਰਿਸਰਚ ਹੈ ਇਹ। ਇਹਨੂੰ ਤੁਸੀਂ ਦੁਨੀਆ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਐਵੇਂ ਹਲਕੇ ਚ ਲਈ ਜਾਂਦੀ ਹੈ, ਪਾਠ ਇਹ ਹੈ ਕਰਨਾ ਕਰ ਲਓ, ਕੀ ਫਰਕ ਪੈਂਦਾ ਹੈ। ਪਰ ਨਹੀਂ, ਇੱਕ ਪੰਕਤੀ ਦੇ ਉੱਤੇ ਰਿਸਰਚ ਕਰੀ ਹੋਈ ਹੈ, ਤਾਂ ਦਰਜ ਕਰੀ ਹੈ ਗੁਰੂ ਸਾਹਿਬ ਨੇ ਬਾਣੀ ਜੀ। ਬਹੁਤ ਬਹੁਤ ਧੰਨਵਾਦ ਰਣਦੀਪ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਤਾਂ ਇਹ ਸਨ ਰਣਦੀਪ ਸਿੰਘ ਜਿਹੜੇ ਲਾਈਫ ਕੋਚ ਨੇ, ਤਾਂ ਜ਼ਿੰਦਗੀ ਜਿਉਣ ਦੇ ਤਰੀਕੇ ਦੱਸਦੇ ਨੇ। ਤਾਂ ਬਹੁਤ ਵਧੀਆ ਗੱਲਾਂ ਰਣਦੀਪ ਸਿੰਘ ਹੋਰਾਂ ਵੱਲੋਂ ਕੀਤੀਆਂ ਗਈਆਂ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਦੀ ਜਿਹੜੇ ਕਹਿ ਸਕਦੇ ਪੂਰੇ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਰਣਦੀਪ ਸਿੰਘ ਹੋਰਾਂ ਨੇ ਰਿਸਰਚ ਕੀਤੀ, ਤੇ ਉਸ ਤੋਂ ਬਾਅਦ ਜਿਹੜੀ ਇਹ ਲਾਈਫ ਕੋਚ ਖਾਸ ਤੌਰ ਤੇ ਕਾਉਂਸਲਿੰਗ ਕਰਦੇ ਨੇ। ਅਸੀਂ ਵੱਖ-ਵੱਖ ਵਿਸ਼ੇ ਤੇ ਗੱਲ ਕੀਤੀ ਹੈ, ਭਾਵੇਂ ਉਹ ਘਰੇਲੂ ਝਗੜੇ ਦੀ ਗੱਲ ਹੋਵੇ, ਮਹਿੰਗਾਈ ਦੀ ਗੱਲ ਹੋਵੇ, ਧਾਰਮਿਕ ਮੁੱਦੇ ਦੀ ਗੱਲ ਹੋਵੇ, ਪਖੰਡਵਾਦ ਦੀ ਗੱਲ ਹੋਵੇ, ਤਾਂ ਹਰ ਇੱਕ ਗੱਲ ਦਾ ਤਰਕ ਦਾ ਜਵਾਬ ਉੱਥੇ ਆ ਕੇ ਟੁੱਕਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ, ਜਿਨ੍ਹਾਂ ਨੂੰ ਅਸੀਂ ਸੁਣਦੇ ਤਾਂ ਜ਼ਰੂਰ ਆ ਪਰ ਸਮਝਦੇ ਨਹੀਂ। ਸਾਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ, ਸੁਣਨਾ ਵੀ ਬਹੁਤ ਜ਼ਰੂਰੀ ਹੈ। ਤੇ ਅਸੀਂ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਲਈਏ ਤੇ ਸੋਚ ਲਈਏ ਤੇ ਉਹਨਾਂ ਤੇ ਪਹਿਰਾ ਦੇਣਾ ਸ਼ੁਰੂ ਕਰ ਦਈਏ, ਤਾਂ ਸਾਡਾ ਜੀਵਨ ਜਿਹੜਾ ਉਹ ਸਫਲ ਹੋ ਜਾਏਗਾ। ਅਸੀਂ ਦੁਨੀਆ ਦੇ ਝਮੇਲਿਆਂ ਤੋਂ ਹਟ ਜਾਵਾਂਗੇ, ਅਸੀਂ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਤੋਂ ਹਟ ਜਾਵਾਂਗੇ, ਤਾਂ ਆਪਣਾ ਜ਼ਿੰਦਗੀ ਦਾ ਜੀਵਨ ਸੁਖਾਲਾ ਕਰ ਲਾਂਗੇ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਰੋਸ਼ਨ ਨਾਲ ਦੇਖਦੇ ਹੋ ਰਾਜਧਾਨੀ ਟੀਵੀ। ਸਤਿ ਸ਼੍ਰੀ ਅਕਾਲ।